ਵਾਹਿਗੁਰੂ ਸਾਹਿਬ ਜੀਓ। ਗੁਰ ਆਪਣੇ ਉਪਰ ਬਲ ਜਾਈਐ, ਆਠ ਪਹਿਰ ਹਰ ਹਰ ਜਸ ਗਾਈਐ। ਸਿਮਰੋ ਸੋ ਪ੍ਰਭ ਆਪਣਾ ਸੁਆਮੀ, ਸਗਲ ਘਟਾਂ ਕਾ ਅੰਤਰਜਾਮੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨ ਸਕੋ, ਤੂੰ ਠਾਕੁਰ ਊਚ ਭਗਵਾਨਾ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਕਰ ਨੌ ਨਿਧ ਆਵੈ ਧਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਦਸ਼ਾਹ ਦਰਵੇਸ਼ ਚਵਰ ਛਤਰ ਤਖਤ ਦੇ ਮਾਲਕ, ਸਰਬ ਮਨੁੱਖਤਾ ਦੇ ਸਾਂਝੇ ਰਹਿਬਰ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋਂ ਵਡਭਾਗੇ ਹਾਂ। ਸ਼ਾਮਾਂ ਵੇਲੇ ਗੁਰੂ ਸਾਹਿਬ ਦੀ ਗੋਦ ਵਿੱਚ ਜੁੜ ਕੇ ਗੁਰਬਾਣੀ ਦਾ ਮਨੋਹਰ ਕੀਰਤਨ ਅਸੀਂ ਸਾਰੇ ਸਰਵਣ ਕਰ ਰਹੇ ਸੀ। ਇੱਥੋਂ ਦੀ ਸਮੂਹ ਸੰਗਤ, ਸਮੂਹ ਪ੍ਰਬੰਧਕ ਕਮੇਟੀ ਗੁਰੂ ਸਾਹਿਬ ਜੀ ਦੀ ਓਟ ਅਤੇ ਆਸਰਾ ਲੈਂਦਿਆਂ ਹੋਇਆਂ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਪ੍ਰਕਾਸ਼ ਪਰਬ ਨੂੰ ਸਮਰਪਿਤ ਅੱਜ ਦੇ ਇਹ ਉਚੇਚੇ ਪ੍ਰੋਗਰਾਮ ਉਲੀਕੇ ਗਏ ਹਨ। ਸੋ ਗੁਰਬਾਣੀ ਦੇ ਕੀਰਤਨ ਦੇ ਨਾਲ ਜੁੜੇ ਸੀ। ਹੁਣ ਗੁਰੂ ਸਾਹਿਬ ਦੇ ਜੀਵਨ ਦੀਆਂ ਵਿਚਾਰਾਂ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਜਦੋਂ ਜੀਵਨ ਨੂੰ ਪੜ੍ਹਦੇ ਹਾਂ ਤੇ ਜਿਸ ਦੇ ਇਤਿਹਾਸ ਨੂੰ ਅਸੀਂ ਵਿਚਾਰ ਰਹੇ ਹੁੰਦੇ ਹਾਂ, ਫਿਰ ਉਹਦੀ ਜਨਮ ਭੂਮੀ, ਕਰਮ ਭੂਮੀ, ਉਸ ਨੂੰ ਵੀ ਸਮਝਣਾ ਪੈਂਦਾ ਹੈ। ਕੀਰਤਪੁਰ ਸਾਹਿਬ ਦੀ ਧਰਤੀ ਤੇ ਆਪ ਜੀ ਦਾ ਪ੍ਰਕਾਸ਼ ਹੋਇਆ। ਦਿੱਲੀ ਦੀ ਧਰਤੀ ਤੇ ਆਪ ਜੀ ਜੋਤੀ ਜੋਤ ਸਮਾਏ। ਜਿਹੜਾ ਕੀਰਤਪੁਰ ਸ਼ਹਿਰ ਹੈ, ਇਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਬਾਬਾ ਗੁਰਦਿੱਤਾ ਜੀ ਨੇ ਵਸਾਇਆ ਸੀ। ਸਨ 1626 ਦੇ ਵਿੱਚ ਬਾਬਾ ਗੁਰਦਿੱਤਾ ਜੀ ਇੱਥੇ ਆਏ ਸੀ। ਉਹ ਤੋਂ ਪਹਿਲਾਂ ਜਦੋਂ 6ਵੇਂ ਪਾਤਸ਼ਾਹ ਜੀ ਨੇ ਯੂਪੀ ਦਾ ਅੱਗੇ ਦੌਰਾ ਕੀਤਾ ਸੀ, ਆਪ ਜੀ ਨਾਨਕ ਮਤੇ ਵੀ ਗਏ ਸੀ। ਤਾਂ ਉੱਥੋਂ ਜਦੋਂ ਵਾਪਸੀ ਆ ਰਹੇ ਸੀ, ਗੁਰੂ ਸਾਹਿਬ ਇਸ ਇਲਾਕੇ ਨੂੰ ਸਾਰੇ ਨੂੰ ਦੇਖ ਗਏ ਸੀ। ਹੰਡੂਰ ਤੇ ਕਹਿਲੂਰ ਦਾ ਇਲਾਕਾ, ਕਿਉਂਕਿ ਇੱਥੋਂ ਦੇ ਰਾਜਿਆਂ ਨੇ ਬੇਨਤੀ ਕੀਤੀ ਸੀ, ਗੁਰੂ ਸਾਹਿਬ ਇੱਧਰ ਵੀ ਕੋਈ ਸ਼ਹਿਰ ਵਸਾਓ। ਔਰ ਇਹ ਗੁਰੂ ਨਾਨਕ ਜੀ ਦੇ ਸਮੇਂ ਤੋਂ ਅਸੀਂ ਦੇਖਦੇ ਹਾਂ
ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ ਨੂੰ ਜਦੋਂ ਉਹ ਗੁਰੂ ਅੰਗਦ ਪਾਤਸ਼ਾਹ ਜੀ ਬਣੇ ਤਾਂ ਉਹਨਾਂ ਨੂੰ ਹੁਕਮ ਕੀਤਾ ਸੀ ਤੁਸੀਂ ਕਰਤਾਰਪੁਰ ਨਹੀਂ ਰਹਿਣਾ, ਤੁਸੀਂ ਅਗਲਾ ਸ਼ਹਿਰ ਆਬਾਦ ਕਰੋਗੇ। ਇਹਦੇ ਪਿੱਛੇ ਇੱਕ ਕਾਰਨ ਸੀ। ਇੱਕ ਤੇ ਬੰਦਾ ਜੇ ਇੱਕੋ ਹੀ ਜਗ੍ਹਾ ਪੂਰੀ ਜ਼ਿੰਦਗੀ ਰਹੇ ਤੇ ਗੁਰੂ ਦਾ ਹੁਕਮ ਤੇ ਸਾਨੂੰ ਉਜੜਨ ਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜੇ ਉਹਨਾਂ ਨੂੰ ਸਹੀ ਲਗੇ, ਜਿਨ੍ਹਾਂ ਦਾ ਜੀਵਨ ਸਹੀ ਸੀ, ਉਹਨਾਂ ਨੂੰ ਇਹ ਨਹੀਂ ਕਿਹਾ ਵਸਦੇ ਰਹੋ, ਉਹਨੂੰ ਕਿਹਾ ਉਜੜਦੇ ਰਹੋ। ਕਿਉਂਕਿ ਤੁਸੀਂ ਜਿੱਥੇ ਵੀ ਜਾਓਗੇ ਇਹ ਜਿਹੜੇ ਗੁਣ ਤੁਹਾਡੇ ਵਿੱਚ ਹਨ ਇਹਨਾਂ ਨੂੰ ਦੂਰ ਦੂਰ ਤੱਕ ਫੈਲਾਓਗੇ। ਹੁਣ ਗੁਰੂ ਅੰਗਦ ਪਾਤਸ਼ਾਹ ਜੀ ਨੇ ਖਡੂਰ ਸਾਹਿਬ ਵਿੱਚ ਉੱਥੇ ਜੋਤ ਜਗਾਈ। ਫਿਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਖਡੂਰ ਸਾਹਿਬ ਨਹੀਂ ਰਹੇ, ਉਹ ਗੋਇੰਦਵਾਲ ਸਾਹਿਬ ਆ ਗਏ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਨਹੀਂ ਰਹੇ, ਉਹ ਰਾਮਸਰ ਫਿਰ ਅੰਮ੍ਰਿਤਸਰ ਦੀ ਪਾਵਨ ਧਰਤੀ ਨੂੰ ਆਬਾਦ ਕੀਤਾ। ਤੇ ਐਦਾਂ ਹੀ ਅੱਗੇ ਪ੍ਰਚਾਰਕ ਕੇਂਦਰ ਬਣਦੇ ਰਹੇ। ਇਹਦਾ ਸਭ ਤੋਂ ਵੱਡਾ ਕਾਰਨ ਸੀ, ਇਹਦੇ ਵਿੱਚ ਲੌਜਿਕ ਇਹ ਸੀ, ਇੱਕ ਪ੍ਰਚਾਰਕ ਕੇਂਦਰ ਜਦੋਂ ਅੱਗੇ ਕੋਈ ਸ਼ਹਿਰ ਆਬਾਦ ਹੋਏਗਾ ਤੇ ਦੂਜਾ ਪ੍ਰਚਾਰਕ ਕੇਂਦਰ ਬਣੇਗਾ। ਹੁਣ ਗੁਰੂ ਸਾਹਿਬ ਨੇ ਇਸ ਗੱਲ ਨੂੰ ਸਮਝ ਲਿਆ। ਛੇਵੇਂ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਤੇ ਹੱਲੇ ਹੋਣ ਦੀ ਆਸ਼ੰਕਾ ਸੀ, ਔਰ ਗੁਰੂ ਸਾਹਿਬ ਦੇ ਜੀਵਨ ਦੇ ਵਿੱਚ 4 ਯੁੱਧ ਗੁਰੂ ਸਾਹਿਬ ਨੇ ਲੜੇ, 4 ਜੰਗਾਂ ਗੁਰੂ ਸਾਹਿਬ ਨੇ ਲੜੀਆਂ ਤੇ 4 ਦੇ ਵਿੱਚ ਜਿੱਤ ਵੀ ਪ੍ਰਾਪਤ ਕੀਤੀ। ਤੇ ਇਸ ਕਰਕੇ ਹੁਣ ਪ੍ਰਚਾਰਕ ਕੇਂਦਰ ਜਿਹੜਾ ਗੁਰੂ ਸਾਹਿਬ ਨੇ ਕੀਰਤਪੁਰ ਵਸਾਉਣ ਦਾ ਇਹ ਸੋਚਿਆ ਹੈ। ਇੱਕ ਤੇ ਜਿਨ੍ਹਾਂ ਰਾਜਿਆਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਰਾਜਿਆਂ ਨੇ, ਉਹਨਾਂ ਨੂੰ ਗੁਰੂ ਸਾਹਿਬ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਆਜ਼ਾਦ ਕਰਾਇਆ ਸੀ। ਜਿਨ੍ਹਾਂ 52 ਰਾਜਿਆਂ ਨੂੰ ਗੁਰੂ ਸਾਹਿਬ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਆਜ਼ਾਦ ਕਰਾਇਆ ਸੀ, ਉਹਨਾਂ ਵਿੱਚੋਂ 27 ਰਾਜੇ ਤਾਂ ਪਹਾੜੀ ਰਾਜੇ ਸੀ। ਔਰ ਬਾਅਦ ਵਿੱਚ ਉਹਨਾਂ ਨੇ ਫਿਰ ਦਸਮ ਪਾਤਸ਼ਾਹ ਜੀ ਦੇ ਖਿਲਾਫ ਜੰਗਾਂ ਵੀ ਲੜੀਆਂ। ਇਹ ਵੀ ਕਮਾਲ ਦੀ ਗੱਲ ਹੈ। ਜਿਨ੍ਹਾਂ ਰਾਜਪੂਤ ਰਾਜਿਆਂ ਨੂੰ ਵੀ ਤੇ ਰਾਜਪੂਤ ਰਾਜੇ ਹਨ, ਅੱਗੇ ਆਪਾਂ ਰਾਜਾ ਜੈ ਸਿੰਘ ਦਾ ਵੀ ਵਿਚਾਰ ਕਰਾਂਗੇ। ਤੇ ਹੁਣ ਉਹੀ ਰਾਜਪੂਤ ਰਾਜੇ ਸੀ ਜਿਹੜੇ ਕਹਿੰਦੇ ਸੀ ਸਾਨੂੰ ਘੋੜਿਆਂ ਤੇ ਚੜ੍ਹਨ ਦਾ ਹੱਕ ਹੈ, ਕੇਵਲ ਅਸੀਂ ਰਾਜੇ ਅਖਵਾ ਸਕਦੇ ਹਾਂ। ਪਹਿਲਾ ਯੁੱਧ ਦਸਮ ਪਾਤਸ਼ਾਹ ਜੀ ਦੇ ਖਿਲਾਫ ਜੇ ਕਿਸੇ ਨੇ ਲੜਿਆ ਹੈ ਤਾਂ ਇਹਨਾਂ ਰਾਜਿਆਂ ਨੇ ਲੜਿਆ ਸੀ, ਜਿਹੜੇ ਪਹਾੜੀ ਰਾਜਪੂਤ ਸੀ। ਉਹ ਸੀ ਪੰਗਾਣੀ ਦਾ ਯੁੱਧ। ਖੈਰ ਉਹ ਇੱਕ ਅਲੱਗ ਵਿਸ਼ਾ ਹੈ। ਇਹਨਾਂ ਨੇ ਬੇਨਤੀ ਕੀਤੀ, ਗੁਰੂ ਸਾਹਿਬ ਨੇ, ਬਾਬਾ ਗੁਰਦਿੱਤਾ ਜੀ ਨੇ ਇਸ ਸ਼ਹਿਰ ਨੂੰ ਆਬਾਦ ਕੀਤਾ ਰੱਬ ਦੇ ਨਾਮ ਤੇ, ਕਿ ਇੱਥੇ ਰੱਬ ਦੀ ਕੀਰਤੀ ਹੋਏਗੀ। ਇਸ ਕਰਕੇ ਇਹਦਾ ਨਾਮ ਵੀ ਕੀਰਤਪੁਰ ਹੀ ਰੱਖਿਆ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ। ਇੱਕ ਵੱਡੀ ਗੱਲ ਇਹ ਸੀ, ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਇੱਧਰ ਆਏ ਸੀ ਪ੍ਰਚਾਰਕ ਦੌਰੇ ਤੇ ਸਾਈਂ ਬੁੱਢਣ ਸਾਹਿਬ ਵੀ ਗੁਰੂ ਸਾਹਿਬ ਨੂੰ ਮਿਲੇ ਸੀ। ਤੇ ਛੇਵੇਂ ਪਾਤਸ਼ਾਹ ਜੀ ਦੇ ਸਮੇਂ, ਕਿਉਂਕਿ ਉਹਨਾਂ ਨੇ ਕਿਹਾ ਸੀ ਗੁਰੂ ਸਾਹਿਬ ਦੁੱਧ ਛਕੋ, ਗੁਰੂ ਸਾਹਿਬ ਨੇ ਕਿਹਾ ਸੀ ਹੁਣ ਤੇ ਸਾਡੇ ਕੋਲ ਸਮਾਂ ਨਹੀਂ, ਕਿਉਂਕਿ ਅਸੀਂ ਅੱਗੇ ਬਚਨ ਦੇ ਚੁੱਕੇ ਹਾਂ, ਕਦੇ ਸਮਾਂ ਬਣਿਆ ਅਗਲੇ ਜਾਮੇ ਵਿੱਚ ਤੇਰਾ ਦੁੱਧ ਜ਼ਰੂਰ ਛਕਾਂਗੇ। ਫਿਰ ਛੇਵੇਂ ਜਾਮੇ ਵਿੱਚ ਆ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਬੁੱਢਣ ਸ਼ਾਹ ਕੋਲੋਂ ਦੁੱਧ ਛਕਿਆ ਸੀ ਤੇ ਉੱਥੇ ਬਾਬਾ ਗੁਰਦਿੱਤਾ ਜੀ ਗਏ। ਹੁਣ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਭ ਤੋਂ ਵੱਡੇ ਸੁਪੁੱਤਰ ਸੀ। ਉਹਨਾਂ ਤੋਂ ਛੋਟੇ ਬਾਬਾ ਸੂਰਜਮਲ, ਬਾਬਾ ਅਣੀ ਰਾਏ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ। ਇਸ ਤਰੀਕੇ ਨਾਲ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਦਾ ਜਿਹੜਾ ਚਿਹਰਾ ਹੈ ਉਹ ਹੂਬਹੂ ਸਾਡਾ ਇਤਿਹਾਸ ਕਹਿੰਦਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਮੈਚ ਕਰਦਾ ਸੀ। ਤੇ ਜਦੋਂ ਬਾਬਾ ਸ਼੍ਰੀ ਚੰਦ ਜੀ ਵੀ ਆਏ ਸੀ, ਛੇਵੇਂ ਪਾਤਸ਼ਾਹ ਜੀ ਨੂੰ ਪੁੱਛਿਆ ਸੀ ਕਿੰਨੇ ਸੁਪੁੱਤਰ, ਉਹਨਾਂ ਨੇ ਕਿਹਾ 5 ਸੁਪੁੱਤਰ। ਫਿਰ ਉਹਨਾਂ ਨੇ ਅਗਲੀ ਗੱਲ ਕਹੀ ਵੀ ਸਾਡੇ ਲਈ ਕਿਹੜੇ ਰੱਖਿਆ ਹੈ, ਗੁਰੂ ਸਾਹਿਬ ਨੇ ਕਿਹਾ ਸਾਰੇ ਹੀ ਤੁਹਾਡੇ ਹਨ। ਤੇ ਫਿਰ ਬਾਬਾ ਸ਼੍ਰੀ ਚੰਦ ਨੇ ਕਿਹਾ ਸੀ ਫਿਰ ਬਾਬਾ ਗੁਰਦਿੱਤਾ ਜੀ ਨੂੰ ਸਾਡੀ ਝੋਲੀ ਪਾ ਦਿਓ। ਬਾਬਾ ਗੁਰਦਿੱਤਾ ਜੀ ਨੇ ਫਿਰ ਧੂਣੀਆਂ ਪ੍ਰਚਾਰਕ ਕੇਂਦਰ ਵੀ ਕਾਇਮ ਕੀਤੇ। ਹੁਣ ਬਾਬਾ ਗੁਰਦਿੱਤਾ ਜੀ ਨੇ ਇਹ ਸ਼ਹਿਰ ਆਬਾਦ ਕੀਤਾ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਹੁਣ ਰਹਿਣ ਦਾ ਜਿਹੜਾ ਪ੍ਰਬੰਧ ਸੀ ਉੱਥੇ ਹੀ ਕਰ ਲਿਆ। ਸਨ 1630 ਈਸਵੀ ਦੇ ਵਿੱਚ ਬਾਬਾ ਗੁਰਦਿੱਤਾ ਜੀ ਦੇ ਘਰ ਇੱਥੇ ਹੀ ਗੁਰੂ ਹਰਰਾਏ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ, ਕਿਉਂਕਿ ਇੱਕ ਲੜੀ ਤੁਰਦੀ ਹੈ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੀ। ਹੁਣ ਗੁਰੂ ਹਰਰਾਏ ਪਾਤਸ਼ਾਹ ਜੀ 1630 ਦੇ ਵਿੱਚ ਇੱਥੇ ਪ੍ਰਕਾਸ਼ ਹੋਇਆ। 10 ਗੁਰ ਸਾਹਿਬਾਨਾਂ ਦੇ ਵਿੱਚੋਂ ਕੇਵਲ 7ਵੇਂ ਪਾਤਸ਼ਾਹ ਗੁਰੂ ਹਰਰਾਏ ਪਾਤਸ਼ਾਹ ਜੀ ਇਹੋ ਜਿਹੇ ਗੁਰੂ ਹਨ
जिन्हां दा जिथे प्रकाश होया वो ज्योति जोत भी उत्थे ही समाए। बाकी 9 सतगुरां दे जीवन नूं असीं पढ़दे हां, 9 जामियां नूं असीं पढ़दे हां, उन्हां दा जिथे प्रकाश होया उत्थे ज्योति जोत नहीं समाए जां उत्थे शहीद नहीं होए, उन्हां दी थां बदल गई। ये केवल 7वें पातशाह जी हन, क्योंकि इतिहास दे कुछ नुकते इहो जिहे हुंदे हन जिन्हां ते असीं निगाह मारी नहीं हुंदी है। ते वो जिथे प्रकाश होया उत्थे ही ज्योति जोत समाए 7वें पातशाह जी। हुण 7वें पातशाह जी दे घर सन 1650 दे विच एक पुत्र ने जन्म लिया, जिन्नू देख के कहा सी भी इहदे विच धीरज ते नहीं आउणा, लेकिन रब दे नां ते इहदा नाम राम राय रख दिंदे हां। बाबा राम राय 1650 दे विच उन्हां दा जन्म होया। उन्हां तो तकरीबन 6 साल पिछे उसे घर दे विच शीश महल, जिसनू अज कहा जाता है, उस पावन धरती ते गुरु हरकृष्ण पातशाह जी का पावन प्रकाश होया। माता जी का नाम, 2 नाम सानू इतिहास दे विच मिलते हैं, माता सुलखणी ते माता कृष्ण कौर। असल दे विच ये नाम का भुलेखा तां पैंदा है, पुराने समयां विच जां अज भी असीं देखदे हां पेके घर का नाम जो हुंदा सी सोहरे घर दे विच आके कई बारी उहनूं बदल दिता जांदा सी। ते जिहड़ा कृष्ण कौर नाम है, क्योंकि गुरु हरकृष्ण पातशाह जी का नाम गुरु हरकृष्ण साहिब है, ते उन्हां दी माता का नाम माता कृष्ण कौर सी। माता जी दे घर गुरु हरकृष्ण पातशाह जी का पावन प्रकाश होया। यह समा साडे इतिहास दे नाल एवें चलदा है। 1644 ईस्वी दे विच गुरु हरगोबिंद पातशाह जी जदों ज्योति जोत समाए तां उन्होंने माता जी नूं कहा सी, माता नानकी जी नूं जदों उन्होंने कहा सी भी तुसीं ते कहा सी गुरगद्दी साडे घर आएगी, लेकिन तुसीं तां गुरु हरराय पातशाह जी नूं दे दिता, ये तां गुरु तेग बहादुर जी नूं मिलनी सी। हुण एक गुरु तेग बहादुर जी का इतिहास ते कीरतपुर साहिब की धरती का इतिहास नाल नाल चलता है। गुरु तेग बहादुर जी बकाले की धरती ते आ गए, क्योंकि इत्थे ही आके फिर गुरु हरकृष्ण पातशाह जी ने बाबा बकाले भी कहना है, वो आपां अगे जाके विचारांगे। खैर गुरु तेग बहादुर जी इत्थे आ गए, गुरु हरराय पातशाह जी एज ए गुरु कीरतपुर साहिब की धरती ते बैठे हैं। हुण इत्थे जदों गुरु साहब का प्रकाश होया, वो मुगल इतिहास दे विच भी वड्डी जगह रखता है, क्योंकि 57 दे विच शाहजहां बहुत बीमार होया, बीमारी दे कारण ओदी मौत हो जाती है। शाहजहां दे 4 पुत्र, उन्हां दे हिंदुस्तान दे तख्त दे लई लड़ाई हुंदी है। ओदा जिहड़ा एक पुत्र सी दारा शिको, वो पंजाब वाले पासे भजदा है। वो कीरतपुर साहब गया, जदों पता लग्या गुरु साहब उत्थे है ही नहीं, वो गोइंदवाल साहब भी गया। तो इस गल नूं चक के गुरु साहब दे खिलाफ कन्न भरे गए भी दारा शिको नूं गुरु साहब ने आशीर्वाद दिता है, दारा शिको दी गुरु साहब ने मदद की है। हालांकि बाद विच दारा शिको फड़िया भी गया, उन्होंने अन्ना करके जा किसी भी तरीके नाल औरंगजेब ने खत्म कर दिता सी। ते ओही समा है, मुगल इतिहास का समा भी साडे सतगुरां दे नाल नाल तुरदा है। गुरु हरकृष्ण पातशाह जी की उम्र वध रही है। हुण उम्र तो बहुत ही ज़्यादा नहीं है, लेकिन शरीरां दी उम्र हुंदी है, गुरु की कोई उम्र नहीं हुंदी है। सतगुर मेरा सदा सदा ना आवे ना जाए, गुरु मेरा सदी भी है। इस शब्द रूप दे विच अज भी असी उस गुरु की हजूरी विच जुड़ बैठे हाँ। खैर गुरु हरकृष्ण पातशाह जी की उम्र वध रही है। उधर बाबा राम राय जी घर दे विच 2 ही पुत्र, जदों बाहर तो संगतां आउंदियां ते उन्हां दा इक्को ही ख्याल हुंदा भी दोवें बड़े प्यार नाल बाणी पढ़दे हन। बाणी बाबा राम राय जी भी बहुत पढ़दे सी। जे बाबा राम राय जी बाणी ना पढ़दे हुंदे तां इसे दिल्ली दी धरती ते थोड़ा दूर मजनू टीला साडे तो थोड़ा दूर है, उत्थे आके इस सहजादे ने गुरु साहब दे 72 करामातां दिखाइयां, लेकिन बाणी दी तुक बदल के गुरु साहब ने कह दिता सी जिधर तेरा मुंह है उधर चले आ जा। खैर गुरु साहब गुरु हरकृष्ण पातशाह जी की उम्र वध रही है, उधर धीरमल भी साजिशां रच रहा सी, क्योंकि धीरमल गुरु हरकृष्ण पातशाह जी का ताया लगता सी, गुरु हरराय पातशाह जी के वड्डे भरा। ते हुण वो भी साजिशां रचदा है, वो अपना हक लैण दे लई
ਹੁਣ ਹੱਕ ਉਹਨੂੰ ਮਿਲਿਆ ਨਹੀਂ, ਅੱਗੇ ਉਹਨੇ ਫਿਰ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਖੈਰ ਔਰੰਗਜ਼ੇਬ ਕੋਲ ਸ਼ਿਕਾਇਤਾਂ ਪਹੁੰਚਦੀਆਂ ਹਨ ਵੀ ਦਾਰਾ ਸ਼ਿਕੋ ਦੀ ਮਦਦ ਕੀਤੀ ਹੈ। ਔਰੰਗਜ਼ੇਬ ਨੇ 7ਵੇਂ ਪਾਤਸ਼ਾਹ ਜੀ ਨੂੰ ਕਿਹਾ, ਤੁਸੀਂ ਕਿਸੇ ਵੀ ਤਰੀਕੇ ਨਾਲ ਦਿੱਲੀ ਦੀ ਧਰਤੀ ਤੇ ਆਓ ਤੇ ਅਸੀਂ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰਾਂਗੇ। ਲੇਕਿਨ ਉਹਨਾਂ ਨੇ ਬੜੇ ਕਮਾਲ ਦੇ ਗੱਲ ਕਹੀ। ਉਹਨਾਂ ਨੇ ਕਿਹਾ, ਗੁਰੂ ਸਾਹਿਬ ਨੇ ਕਿਹਾ, ਤੁਮਕੋ ਹਮਸੇ ਨਾਹੀ ਕਛ ਕਾਮ, ਰਾਖੇ ਨਹੀਂ ਮੁਲਕ ਦੇਨੇ ਨਹੀਂ ਦਾਮ। ਪਹਿਲੀ ਗੱਲ, ਜਿਹੜਾ ਅੱਜ ਇੱਕ ਮੁੱਦਾ ਉੱਠਦਾ ਵੀ ਪੰਜਾਬ ਇੱਕ ਸਟੇਟ ਹੈ, ਪੰਜਾਬ ਤੇ ਕਦੀ ਇੱਕ ਦੇਸ਼ ਹੋਇਆ ਕਰਦਾ ਸੀ, ਕਿਉਂਕਿ ਗੁਰੂ ਸਾਹਿਬ ਦੀਆਂ ਲਿਖਤਾਂ ਕਹਿ ਰਹੀਆਂ ਨੇ। ਉਹ ਕਹਿੰਦੇ ਰਾਖੇ ਨਹੀਂ ਮੁਲਕ, ਪੰਜਾਬ ਲਈ ਗੁਰੂ ਸਾਹਿਬ ਮੁਲਕ ਸ਼ਬਦ ਵਰਤਦੇ ਹਨ ਵੀ ਅਸੀਂ ਤਾਂ ਆਪਣੇ ਵੱਖਰੇ ਮੁਲਕ ਵਿੱਚ ਰਹਿੰਦੇ ਹਾਂ। ਨਾਲ ਜਿਹੜੀ ਕੀਰਤਪੁਰ ਸਾਹਿਬ ਦੀ ਧਰਤੀ ਹੈ, ਇਸ ਅਸਥਾਨ ਨੂੰ ਗੁਰੂ ਸਾਹਿਬ ਨੇ ਜ਼ਮੀਨ ਨੂੰ ਮੁੱਲ ਲੈ ਕੇ ਖਰੀਦਿਆ ਸੀ। ਜਾਂ ਅਸੀਂ ਅੰਮ੍ਰਿਤਸਰ ਦਾ ਵੀ ਜ਼ਿਕਰ ਕਰਦੇ ਹਾਂ, ਉਹ ਵੀ ਗੁਰੂ ਸਾਹਿਬ ਨੇ ਉਸ ਜ਼ਮੀਨ ਨੂੰ ਮੁੱਲ ਲੈ ਕੇ ਖਰੀਦਿਆ ਸੀ। ਅਨੰਦਪੁਰ ਸਾਹਿਬ ਦੀ ਧਰਤੀ ਨੂੰ ਜਿੰਨੀਆਂ ਧਰਤੀਆਂ ਤੇ ਸ਼ਹਿਰ ਵਸਾਏ ਗਏ, ਉਹ ਤਾਂ ਗੁਰੂ ਸਾਹਿਬ ਨੇ, ਅੱਜ ਵੀ ਉਹਨਾਂ ਦੀ ਰਜਿਸਟਰੀ ਜ਼ਿਕਰ ਜੇ ਇਤਿਹਾਸ ਦੇ ਵਿੱਚ ਪੜ੍ਹੀਏ ਤਾਂ ਇਹੀ ਜ਼ਿਕਰ ਮਿਲਦਾ, ਗੁਰੂ ਸਾਹਿਬ ਨੇ ਇਹਨੂੰ ਖਰੀਦਿਆ ਸੀ। ਤਾਂ ਗੁਰੂ ਸਾਹਿਬ ਨੇ ਕਿਹਾ ਤੇਰੇ ਮੁਲਕ ਵਿੱਚ ਨਹੀਂ ਰਹਿੰਦੇ ਅਸੀਂ। ਦੇਖੋ ਕਿੰਨਾ ਦ੍ਰਿੜ ਇਰਾਦਾ ਗੁਰੂ ਸਾਹਿਬ ਦਾ। ਔਰੰਗਜ਼ੇਬ ਇੱਕ ਬਹੁਤ ਵੱਡੀ ਤਾਕਤ ਹੈ, ਲੇਕਿਨ ਉਹਨੂੰ ਗੁਰੂ ਸਾਹਿਬ ਕਹਿੰਦੇ ਨੇ ਰਾਖੇ ਨਹੀਂ ਮੁਲਕ ਦੇਨੇ ਨਹੀਂ ਦਾਮ, ਵੀ ਮੈਂ ਤੇਰਾ ਕਿਹੜਾ ਕੁਝ ਦੇਣਾ ਹੈ। ਜਿਵੇਂ ਅਸੀਂ ਕਈ ਵਾਰੀ ਕਹਿੰਦੇ ਹਾਂ, ਮੈਂ ਤੇਰਾ ਕੁਝ ਲੈ ਕੇ ਕੋਈ ਖਾਦਾ ਹੈ ਜੋ ਮੈਂ ਤੇਰੀ ਗੁਲਾਮੀ ਸਵੀਕਾਰ ਕਰਾਂ। ਇਹਦਾ ਮਤਲਬ ਉਹਨਾਂ ਦੀ ਰਗਾਂ ਦੇ ਵਿੱਚੋਂ ਖੂਨ ਦੌੜਦਾ ਸੀ, ਜਿਹੜਾ ਦਲ ਪੰਜਨ ਗੁਰਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ, ਭਾਵ ਗੁਲਾਮੀ ਸਵੀਕਾਰ ਨਹੀਂ ਕਰਨੀ। ਨਾਲ ਗੁਰੂ ਸਾਹਿਬ ਨੇ ਕਿਹਾ ਨਹਿ ਮਲੇਚ ਕੋ ਦਰਸ਼ਨ ਦੇ ਹੈ, ਨਹਿ ਮਲੇਚ ਕੇ ਦਰਸ਼ਨ ਲੈ ਹੈ, ਤੇਰੇ ਦਰਸ਼ਨ ਨਹੀਂ ਕਰਨੇ ਅਸੀਂ। ਖੈਰ ਫਿਰ ਸੰਗਤਾਂ ਦੇ ਨਾਲ ਵਿਚਾਰ ਕਰਕੇ ਗੁਰੂ ਸਾਹਿਬ ਨੇ, ਗੁਰੂ ਹਰਿਰਾਏ ਪਾਤਸ਼ਾਹ ਜੀ ਨੇ, ਕਿਉਂਕਿ ਅੱਗੇ ਗੁਰਗੱਦੀ ਦੀ ਪਰਖ ਵੀ ਕਰਨੀ ਸੀ, ਇਸ ਕਰਕੇ ਆਪਣੇ ਪੁੱਤਰ ਬਾਬਾ ਰਾਮ ਰਾਏ ਜੀ ਨੂੰ ਭੇਜਾ। ਇੱਕ ਤੇ ਬਾਬਾ ਰਾਮ ਰਾਏ ਜੀ ਵੱਡੇ ਸੀ ਵੀ ਸਾਡਾ ਕਲਚਰ ਹੈ, ਸਾਡੀ ਸੰਸਕ੍ਰਿਤੀ ਹੈ, ਘਰ ਦੇ ਵਿੱਚ ਜਿਹੜਾ ਵੱਡਾ ਹੁੰਦਾ ਹੈ ਪਹਿਲਾਂ ਜ਼ਿੰਮੇਵਾਰੀ ਉਹਨੂੰ ਸੌਂਪੀ ਜਾਂਦੀ ਹੈ, ਜੇ ਉਹ ਜ਼ਿੰਮੇਵਾਰੀ ਨਹੀਂ ਸੰਭਾਲ ਸਕਦਾ ਫਿਰ ਛੋਟੇ ਨੂੰ ਆਫਰ ਕੀਤੀ ਜਾਂਦੀ ਹੈ। ਬਾਬਾ ਰਾਮ ਰਾਏ ਜੀ ਵੱਡੇ ਸੀ, ਇਸ ਕਰਕੇ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ। ਉਹਨਾਂ ਦੀ ਉਮਰ ਮਾਤਰ ਉਸ ਵੇਲੇ 11 ਸਾਲ ਦੀ ਸੀ, ਕਿਉਂਕਿ ਇਹ 1661 ਦੀ ਘਟਨਾ ਹੈ। 1650 ਦੇ ਵਿੱਚ ਆਪ ਜੀ ਦਾ ਜਨਮ ਹੋਇਆ ਹੈ। ਮਾਤਰ 11 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਸਾਰ ਘੋੜਸਵਾਰ ਵੀ ਭੇਜੇ, ਬੜੇ ਮਾਣ ਸਤਿਕਾਰ ਦੇ ਨਾਲ ਭੇਜਿਆ ਗਿਆ। ਨਾਲ ਗੁਰੂ ਸਾਹਿਬ ਨੇ ਇਹ ਸ਼ਬਦ ਵਰਤੇ ਸੀ, ਗੱਲ ਜਿਹੜੀ ਵੀ ਉੱਥੇ ਕਰਨੀ ਹੈ ਗੁਰੂ ਨਾਨਕ ਨੂੰ ਸਹੀ ਸਮਝ ਕੇ ਕਹੀਂ, ਤੇਰੀ ਜ਼ਬਾਨ ਤੇ ਗੁਰੂ ਵਰਸਦਾ ਹੈ, ਜੋ ਤੂੰ ਕਹੇਗਾ ਉਹ ਗੱਲ ਸੱਚ ਹੋਏਗੀ। ਇਹ ਗੁਰੂ ਸਾਹਿਬ ਦਾ ਹੁਕਮ ਸੀ। ਖੈਰ ਗੁਰੂ ਸਾਹਿਬ ਦਿੱਲੀ ਦੀ ਧਰਤੀ ਤੇ ਪਧਾਰੇ, ਮਜਨੂ ਟੀਲਾ ਇੱਥੇ ਟਿਕਾਣਾ ਕੀਤਾ। ਹੁਣ ਜਦੋਂ ਅਸੀਂ ਕਈ ਵਾਰੀ ਉਸ ਗੁਰੂ ਘਰ ਦੇ ਵਿੱਚ ਜਾਂਦੇ ਹਾਂ, ਅੱਜ ਵੀ ਉਸ ਖੂਹ ਨੂੰ ਸੰਭਾਲ ਕੇ ਰੱਖਿਆ ਹੋਇਆ। ਜਦੋਂ ਪਿੱਛੇ ਅਸੀਂ ਬੈਕ ਸਾਈਡ ਜਾਂਦੇ ਹਾਂ, ਉਸ ਖੂਹ ਤੇ ਔਰੰਗਜ਼ੇਬ ਨੇ ਇੱਕ ਚਲਾਕੀ ਵਰਤੀ। ਉਸ ਖੂਹ ਦੇ ਉੱਪਰ, ਕਿਉਂਕਿ ਅੱਜ ਤੇ ਸਾਰੇ ਖੂਹ ਬੰਦ ਹੋ ਗਏ, ਪੁਰਾਣੇ ਸਮਿਆਂ ਵਿੱਚ ਖੂਹ ਹੋਇਆ ਕਰਦੇ ਸੀ। ਪੁਰਾਣੇ ਬਜ਼ੁਰਗਾਂ ਨੇ ਖੂਹ ਦੇਖੇ ਹੋਣਗੇ, ਉਦੋਂ ਨਲਕੇ ਵੀ ਨਹੀਂ ਹੋਇਆ ਕਰਦੇ ਸੀ, ਪੂਰਾ ਪਿੰਡ ਖੂਹ ਦਾ ਪਾਣੀ ਵਰਤਿਆ ਕਰਦਾ ਸੀ। ਖੈਰ ਉਹ ਖੂਹ ਦੇ ਉੱਪਰ ਇੱਕ ਚਾਦਰ ਵਿਛਾ ਦਿੱਤੀ ਤੇ ਐਵੇਂ ਲੱਗੇ ਜਿਵੇਂ ਇਹ ਖੂਹ ਨਹੀਂ, ਕੋਈ ਬੈਠਣ ਦੀ ਜਗ੍ਹਾ ਹੈ, ਇੱਕ ਥੜੇ ਟਾਈਪ ਬਣਾ ਦਿੱਤਾ। ਲੇਕਿਨ ਬਾਬਾ ਰਾਮ ਰਾਏ ਜੀ ਬਾਣੀ ਨੂੰ ਪੜਨ ਵਾਲੇ, ਬਾਣੀ ਦੇ ਰਸੀਏ, ਬੰਦੇ ਤੋਂ ਚੂਕ ਹੁੰਦੀ ਹੈ, ਇੱਕ ਛੋਟੀ ਜੀ ਗਲਤੀ ਨੇ ਇਤਿਹਾਸ ਦੇ ਵਿੱਚ ਜੇ ਕਹੀਏ ਛੋਟੀ ਗਲਤੀ, ਲੇਕਿਨ ਜੇ ਗੁਰਮਤ ਦੇ ਨਜ਼ਰੀਏ ਤੋਂ ਦੇਖੀਏ ਤਾਂ ਇਹ ਤੋਂ ਵੱਡਾ ਗੁਨਾਹ ਵੀ ਕੋਈ ਨਹੀਂ ਹੈ, ਇਹ ਤੋਂ ਵੱਡਾ ਪਾਪ ਵੀ ਕੋਈ ਨਹੀਂ ਹੈ ਜਿਹੜਾ ਬਾਣੀ ਦੇ ਨਾਲ ਹੇਰ ਫੇਰ ਕਰੇ। ਹਾਂ, ਸਾਡੇ ਤੋਂ ਕਈ ਵਾਰੀ ਬਾਣੀ ਪੜ੍ਹਦੇ ਆ ਗਲਤੀਆਂ ਹੋ ਸਕਦੀਆਂ ਹਨ, ਕਿਉਂਕਿ ਬਾਣੀ ਅਗਾਧ ਬੋਧ ਹੈ, ਲੇਕਿਨ ਕਿਦੀ ਖੁਸ਼ਾਮਦ ਦੇ ਲਈ ਜਦੋਂ ਅਸੀਂ ਬਾਣੀ ਦੇ ਅਰਥ ਦੇ ਅਨਰਥ ਕਰ ਜਾਂਦੇ ਹਾਂ ਫਿਰ ਉਹ ਇੱਕ ਵੱਡਾ ਗੁਨਾਹ ਬਣ ਜਾਂਦਾ ਹੈ। ਤੇ ਖੈਰ ਬਾਬਾ ਰਾਮ ਰਾਏ ਜੀ ਇੱਥੇ ਆਏ, ਉਸ ਖੂਹ ਦੇ ਉੱਪਰ ਚਾਦਰ ਦੇ ਉੱਪਰ ਐਵੇਂ ਬੈਠ ਗਏ ਜਿਵੇਂ ਕਿਸੇ ਥੜੇ ਤੇ ਬੈਠੇ ਹੋਣ। ਔਰੰਗਜ਼ੇਬ ਸਮਝ ਗਿਆ ਵੀ ਇਹ ਬੰਦਾ ਕੋਈ ਆਮ ਬੱਚਾ ਨਹੀਂ ਹੈ, ਇਹ ਕਰਾਮਾਤੀ ਬੱਚਾ ਹੈ। ਹੁਣ ਆਪਣੇ ਦਰਬਾਰ ਵਿੱਚ ਬੁਲਾਇਆ, ਦਰਬਾਰ ਵਿੱਚ ਬੁਲਾਉਣ ਦੇ ਲਈ ਕਹਾਰ ਭੇਜੇ। ਪਹਿਲਾਂ ਕਹਾਰ ਹੁੰਦੇ ਸੀ, ਉਹ ਪਾਲਕੀਆਂ ਚੁੱਕਦੇ ਸੀ। ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਵੀ ਕਈ ਵਾਰੀ ਦਰਸ਼ਨ ਦੇਣ ਦੇ ਲਈ, ਜਦ ਦਸਮ ਪਾਤਸ਼ਾਹ ਜੀ ਜਦੋਂ ਪਟਨਾ ਸਾਹਿਬ ਤੋਂ ਆਏ ਸੀ ਅਨੰਦਪੁਰ ਸਾਹਿਬ,
ਤਾਂ ਉਹ ਪਾਲਕੀ ਵਿੱਚ ਬੈਠ ਕੇ ਆਏ ਸੀ, ਸੋਨੇ ਦੀ ਪਾਲਕੀ। ਇਹ ਇਤਿਹਾਸ ਵੀ ਰਾਜਾ ਜੈ ਸਿੰਘ ਦੇ ਨਾਲ ਜੁੜਿਆ, ਉਹਨੂੰ ਅੱਗੇ ਵਿਚਾਰਾਂਗੇ। ਤੇ ਗੁਰੂ ਸਾਹਿਬ ਨੂੰ, ਉਸ ਗੁਰੂ ਸਾਹਿਬ ਦੇ ਪੁੱਤਰ ਨੂੰ, ਬਾਬਾ ਰਾਮ ਰਾਏ ਨੂੰ ਹੁਣ ਪਾਲਕੀ ਤੇ ਬਿਠਾਇਆ ਗਿਆ। ਬਾਬਾ ਰਾਮ ਰਾਏ ਨੇ ਕਿਹਾ ਕਹਾਰਾਂ ਨੂੰ ਹਟ ਜਾਓ ਤੁਸੀਂ। ਉਹਨਾਂ ਨੇ ਕਿਹਾ ਸਾਡੇ ਤੋਂ ਬਿਨਾਂ ਪਾਲਕੀ ਕਿਵੇਂ ਉੱਠੂਗੀ, ਵੀ ਪਾਲਕੀ ਤੇ ਅਸੀਂ ਚੱਕਣੀ ਹੈ। ਉਹ ਕਹਿੰਦਾ ਅੱਜ ਪਾਲਕੀ ਬਿਨਾਂ ਕਹਾਰਾਂ ਤੋਂ ਜਾਏਗੀ। ਪਾਲਕੀ ਦੇ ਵਿੱਚ ਬਾਬਾ ਰਾਮ ਰਾਏ ਜੀ ਬੈਠੇ, ਬਿਨਾਂ ਕਹਾਰਾਂ ਤੋਂ ਪਾਲਕੀ ਦਰਬਾਰ ਦੇ ਵਿੱਚ ਆਈ। ਬਾਬਾ ਰਾਮ ਰਾਏ ਜੀ ਨੂੰ ਬੜੇ ਇੱਜ਼ਤ ਦੇ ਨਾਲ ਬਿਠਾਇਆ ਗਿਆ। ਬਾਬਾ ਰਾਮ ਰਾਏ ਜੀ ਨੇ 72 ਕਰਾਮਾਤਾਂ ਦਿਖਾਈਆਂ, ਜਿਹਨੂੰ ਅਸ਼ਟਮ ਬਲਬੀਰਾ ਕਿਤਾਬ ਆਮ ਬਾਜ਼ਾਰ ਦੇ ਵਿੱਚ ਮਿਲ ਜਾਂਦੀ ਹੈ। ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਉਹ ਲਿਖਤ ਹੈ, ਉਹਦੇ ਵਿੱਚ ਟੋਟਲ ਕਰਾਮਾਤਾਂ ਦਾ ਜ਼ਿਕਰ ਕੀਤਾ ਹੈ। ਕਿਉਂਕਿ ਇੱਥੇ ਆਪਾਂ ਸਾਰੀਆਂ ਕਰਾਮਾਤਾਂ ਦਾ ਜ਼ਿਕਰ ਤੇ ਨਹੀਂ ਕਰ ਸਕਦੇ। ਹਾਂ, ਜਿਸ ਨੂੰ ਜਾਣਕਾਰੀ ਲੈਣੀ ਹੋਵੇ ਉਸ ਕਿਤਾਬ ਦੇ ਵਿੱਚ ਪੜ੍ਹ ਸਕਦਾ ਹੈ। ਹੁਣ ਜਿਹੜੇ ਉੱਥੇ ਬੈਠੇ ਸੀ, ਔਰੰਗਜ਼ੇਬ ਨੇ ਬੜੀਆਂ ਗੱਲਾਂ ਕੀਤੀਆਂ। ਔਰੰਗਜ਼ੇਬ ਨੇ ਫਿਰ ਕਰਾਮਾਤਾਂ ਦਾ ਸ਼ੌਕੀਨ ਸੀ, ਉਹ ਕਿਹਾ ਕੁਝ ਦੱਸ ਮੇਰੇ ਬਾਰੇ ਵੀ। ਬਾਬਾ ਰਾਮ ਰਾਏ ਜੀ ਨੇ ਕਿਹਾ ਤੂੰ ਪਿਛਲੇ ਜਨਮ ਨੂੰ ਜੇ ਦੱਸੀਏ, ਤੇਰਾ ਪਿਛਲਾ ਜਨਮ ਬਾਗ ਦਾ ਸੀ। ਉੱਥੇ ਜਿੰਨੇ ਦਰਬਾਰੀ ਬੈਠੇ ਸੀ, ਕਾਜੀ, ਹੁਣ ਹਰ ਇੱਕ ਬੰਦੇ ਦੀ ਖੁਆਇਸ਼ ਹੁੰਦੀ ਹੈ ਮੇਰਾ ਦਾੜਾ ਚਿੱਟਾ ਹੋ ਰਿਹਾ, ਇਹਨੂੰ ਅਸੀਂ ਰੰਗਣ ਦੀ ਕੋਸ਼ਿਸ਼ ਕਰਦੇ ਹਾਂ, ਕਾਲਾ ਹੀ ਰਹੇ ਹਮੇਸ਼ਾ। ਉਹਨਾਂ ਜਿਹੜੇ ਕਾਜੀ ਬੈਠੇ ਸੀ, ਬਾਬਾ ਰਾਮ ਰਾਏ ਜੀ ਨੇ ਰੁਮਾਲ ਫੇਰ ਕੇ ਸਾਰਿਆਂ ਦੀ ਦਾੜੀ ਕਾਲੀ ਕਰ ਦਿੱਤੀ। ਨਾਲ ਕਿਤੋਂ ਦੇ ਪੇੜੇ, ਕਿਤੇ ਦੀਆਂ ਪੂੜੀਆਂ, ਉੱਥੇ ਉਹ ਚੀਜ਼ਾਂ ਮੰਗਾ ਦਿੱਤੀਆਂ ਜਿਹੜੀਆਂ ਉੱਥੇ ਮੌਜੂਦ ਹੀ ਨਹੀਂ ਸੀ। ਹੁਣ ਕਈ ਦਿਨ ਤੱਕ ਇਹ ਸਿਲਸਿਲਾ ਚੱਲਦਾ ਰਿਹਾ। ਯਮਨਾ ਜਿਹੜੀ ਅੱਜ ਹੜ੍ਹ ਦੇ ਨਾਲ, ਪਾਣੀ ਦੇ ਨਾਲ ਚੜੀ ਹੋਈ ਹੈ, ਇਸ ਪਾਣੀ ਦੇ ਵਿੱਚ ਔਰੰਗਜ਼ੇਬ ਨੇ ਫਿਰ ਆਖਿਆ ਫਿਰ ਇੱਧਰ ਵੀ ਚਲਦੇ ਹਾਂ। ਔਰੰਗਜ਼ੇਬ ਕਸ਼ਤੀ ਦੇ ਵਿੱਚ ਸਵਾਰ ਹੋਇਆ। ਬਾਬਾ ਰਾਮ ਰਾਏ ਜੀ ਨੇ ਕਿਹਾ ਮੈਨੂੰ ਕਸ਼ਤੀ ਦੀ ਲੋੜ ਹੀ ਨਹੀਂ ਹੈ। ਬਾਬਾ ਰਾਮ ਰਾਏ ਜੀ ਬਿਨਾਂ ਕਸ਼ਤੀ ਤੋਂ ਪਾਣੀ ਦੇ ਵਿੱਚ ਐਦਾਂ ਜਿਵੇਂ ਕਸ਼ਤੀ ਤੇ ਸਵਾਰ ਹੋਣ। ਤੇ ਇਹ ਕਰਾਮਾਤਾਂ ਜਦੋਂ ਦਿਖਾਈਆਂ, ਕਰਾਮਾਤ ਜ਼ਹਿਰ ਦਾ ਨਾਮ ਹੈ। ਗੁਰੂ ਸਾਹਿਬ ਨੇ ਕਿਹਾ ਕਰਾਮਾਤ ਨਹੀਂ ਦਿਖਾਉਣੀ, ਲੇਕਿਨ ਇੱਥੋਂ ਤੱਕ ਸ਼ਾਇਦ ਗੁਰੂ ਸਾਹਿਬ ਬਖਸ਼ ਦਿੰਦੇ। ਲੇਕਿਨ ਜਦੋਂ ਉਹਨੇ ਕਿਹਾ ਤੁਹਾਡੇ ਗ੍ਰੰਥ ਦੇ ਵਿੱਚ ਸਾਡੇ ਇਸਲਾਮ ਦੇ ਖਿਲਾਫ ਇੱਕ ਗੱਲ ਲਿਖੀ ਹੈ, ਉਹਨੂੰ ਮੈਨੂੰ ਜਰਾ ਪੜ੍ਹ ਕੇ ਸੁਣਾ ਦਿਓ। ਹੁਣ ਇੱਥੇ ਬਾਬਾ ਰਾਮ ਰਾਏ ਜੀ ਨੂੰ ਲੱਗਿਆ ਵੀ ਗੁੱਡੀ ਤੇ ਮੇਰੀ ਚੰਗੀ ਚੜੀ ਹੈ, 72 ਕਰਾਮਾਤਾਂ ਦਿਖਾ ਦਿੱਤੀਆਂ। ਔਰੰਗਜ਼ੇਬ ਮੇਰੇ ਤੋਂ ਪ੍ਰਸੰਨ ਹੈ, ਕਿਉਂ ਨਾ ਇੱਕ ਅੱਖਰ ਬਦਲ ਦਈਏ, ਇਹਦੇ ਨਾਲ ਕੀ ਹੋਣ ਵਾਲਾ ਹੈ। ਅੱਜ ਵੀ ਕੱਚੀਆਂ ਧਾਰਨਾ, ਕੱਚੀ ਬਾਣੀ ਪੜ੍ਹ ਕੇ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਕਿ ਬਾਬਾ ਰਾਮ ਰਾਏ ਦੇ ਉਹਨਾਂ ਦੇ ਪੈਰਾਂ ਤੇ ਨਹੀਂ ਚੱਲ ਰਹੇ। ਜਦੋਂ ਅਸੀਂ ਬਾਣੀ ਨੂੰ ਵਿਗਾੜ ਕੇ ਪੇਸ਼ ਕਰਦੇ ਹਾਂ ਤੇ ਹਾਲ ਤੇ ਸਾਡਾ ਬਾਬਾ ਰਾਮ ਰਾਏ ਵਾਲਾ ਹੀ ਹੈ। ਖੈਰ, ਬਾਬਾ ਰਾਮ ਰਾਏ ਜੀ ਨੂੰ ਜਦੋਂ ਪੁੱਛਿਆ, ਬਾਬਾ ਰਾਮ ਰਾਏ ਨੂੰ ਪੁੱਛਿਆ ਵੀ ਬਾਣੀ ਦੇ ਵਿੱਚ ਤੁਕ ਲਿਖੀ ਹੈ, ਉਹ ਮੁਸਲਮਾਨਾਂ ਦੇ ਖਿਲਾਫ ਹੈ। ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਕਹੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਇਹਦੇ ਅਰਥ ਬੜੇ ਸੋਹਣੇ ਬਣਦੇ ਹਨ। ਗੁਰੂ ਨਾਨਕ ਜੀ ਨੇ ਜਦੋਂ ਪੜ੍ਹਿਆ ਇਸਲਾਮ ਬਾਰੇ, ਤਾਂ ਇਸਲਾਮ ਕਹਿੰਦਾ ਹੈ ਜਦੋਂ ਕਿਆਮਤ ਆਏਗੀ, ਰੋਜ਼ੇ ਹਸਰ ਵਾਲਾ ਦਿਨ ਹੋਏਗਾ, ਤਾਂ ਉਸ ਦਿਨ ਕਬਰਾਂ ਵਿੱਚੋਂ ਰੂਹਾਂ ਉੱਠਣਗੀਆਂ। ਕਿਉਂਕਿ ਕਬਰਾਂ ਦੇ ਵਿੱਚ ਰੂਹਾਂ ਐਜ਼ਿਟ ਪਈਆਂ ਨੇ, ਤੇ ਜਦੋਂ ਰੋਜ਼ੇ ਹਸਰ ਵਾਲਾ ਦਿਨ ਆਏਗਾ ਰੂਹਾਂ ਖੜੀਆਂ ਹੋਣਗੀਆਂ। ਔਰ ਉਹ ਜਨਮ ਮਰਨ ਵੀ ਨਹੀਂ ਮੰਨਦੇ, ਉਹ ਕਹਿੰਦੇ ਨੇ ਬਸ ਇੱਕੋ ਜਨਮ ਮਿਲਿਆ, ਰੂਹਾਂ ਕਬਰਾਂ ਦੇ ਵਿੱਚ ਪਈਆਂ ਹਨ ਤੇ ਉਹ ਖੜੀਆਂ ਹੋਣਗੀਆਂ। ਜਿਨ੍ਹਾਂ ਨੇ ਮੁਹੰਮਦ ਸਾਹਿਬ ਦੀ ਸਿੱਖਿਆ ਨੂੰ ਮੰਨਿਆ ਹੈ ਉਹ ਤਾਂ ਸਵਰਗਾਂ ਵਿੱਚ ਜਾਣਗੇ, ਬਹਿਸ਼ਤ ਵਿੱਚ ਜਾਣਗੇ। ਔਰ ਜਿਹੜਾ ਮੁਹੰਮਦ ਸਾਹਿਬ ਨੂੰ ਨਹੀਂ ਮੰਨੇਗਾ ਉਹ ਦੋਜ਼ਖ ਦੀ ਅੱਗ ਦੇ ਵਿੱਚ ਸੜੇਗਾ। ਗੁਰੂ ਨਾਨਕ ਜੀ ਨੇ ਕਿਹਾ ਕਮਾਲ ਦੀ ਗੱਲ ਹੈ ਤੁਹਾਡੀ। ਕਹਿੰਦੇ ਨੇ ਉੱਥੋਂ ਦੀ ਮਿੱਟੀ ਤੇ ਬੜੀ ਚਿਕਣੀ ਹੁੰਦੀ ਹੈ, ਜੇ ਕਿਸੇ ਘੁਮਿਆਰ ਨੇ ਉਹਨੂੰ ਚੱਕ ਲਿਆ, ਉਹਨੇ ਚਾਕ ਤੇ ਚੜਾ ਦਿੱਤਾ, ਉਹਨੇ ਬਣਾ ਦਿੱਤੇ ਉਸੇ ਕਬਰ ਦੀ ਮਿੱਟੀ ਦੇ ਭਾਂਡੇ। ਹੁਣ ਕਬਰ ਦੀ ਮਿੱਟੀ ਦੇ ਨਾਲ ਸ਼ਾਇਦ ਰੂਹ ਵੀ ਆਏਗੀ, ਜਿਹੜੀ ਰੂਹ ਨੂੰ ਉਹਦੇ ਵਿੱਚ ਦਫਨ ਕੀਤਾ ਉਹ ਵੀ ਆਏਗੀ। ਹੁਣ ਜਦੋਂ ਉਸ ਚਾਕ ਤੇ ਭਾਂਡੇ ਬਣਾਏ ਗਏ, ਉਹਨਾਂ ਭਾਂਡਿਆਂ ਨੂੰ ਫਿਰ ਅੱਗ ਵਿੱਚ ਤਪਾਇਆ ਵੀ ਜਾਏਗਾ। ਔਰ ਜਦੋਂ ਅੱਗ ਵਿੱਚ ਤਪਾਇਆ ਜਾਏਗਾ ਕਿ ਉਹ ਰੂਹਾਂ ਰੋਣਗੀਆਂ ਨਹੀਂ। ਉਹਨਾਂ ਨੇ ਕਿਹਾ, ਗੁਰੂ ਸਾਹਿਬ ਨੇ ਕੜ ਭਾਂਡੇ ਕੱਢ ਦਿੱਤੇ, ਇੱਟਾਂ ਕੀਆਂ, ਕਈ ਵਾਰੀ ਇੱਟਾਂ ਵੀ ਬਣਾ ਦਿੱਤੀਆਂ, ਜਲਦੀ ਕਰੇ ਪੁਕਾਰ, ਉਹ ਰੂਹਾਂ ਤੇ ਰੋਣਗੀਆਂ। ਉਹ ਕਿੱਥੇ ਬਹਿਸ਼ਤ ਦੇ ਵਿੱਚ ਜਾਣਗੀਆਂ, ਉਹ ਤਾਂ ਇੱਥੇ ਹੀ ਦੋਜ਼ਖ ਦੀ ਅੱਗ ਦੇ ਵਿੱਚ ਸੜਨਗੀਆਂ। ਭਾਵਿਕ ਸੱਚ ਬਿਆਨ ਕੀਤਾ ਗੁਰੂ ਸਾਹਿਬ ਨੇ। ਲੇਕਿਨ ਬਾਬਾ ਰਾਮ ਰਾਏ ਨੇ ਕਿਹਾ ਲਿਖਾਰੀ ਦੀ ਗਲਤੀ ਹੋਈ ਹੈ, ਜਾਂ ਤੁਹਾਨੂੰ ਭੁਲੇਖਾ ਹੈ, ਉੱਥੇ ਬੇਈਮਾਨ ਨਹੀਂ ਲਿਖਿਆ, ਉੱਥੇ ਮਾਫ ਕਰਨਾ ਮੁਸਲਮਾਨ ਨਹੀਂ ਲਿਖਿਆ, ਉੱਥੇ ਤੇ ਬੇਈਮਾਨ ਲਿਖਿਆ ਹੋਇਆ ਹੈ।
गुरु साहब दे कोल सनेहे पहुंच रहे से। गुरु साहब नूं गल पहुंची भी करामातां दिखाइयां, बाणी दी तुक बदल दिती है। गुरु साहब ने क्या बहुत बड़ा गुनाह किया है, जिधर ओदा मूँह है उधर चलिया जावे। एदा अर्थ सी साडे घर वाले पासे मूँह ना करे, इत्थे ते साडे बच्चे जो मर्जी करी जाण, ਆਪਾਂ ने कोई नहीं है ते मेरा लाडला पुत ही। गुरु साहब दा भी लाडला पुत सी, लेकिन जे बाणी दा निरादर कीता है, गुरु साहब ने क्या मेरे घर ना बड़ी। औरंगजेब दी चापलूसी कीती इन्हें, बाद विच लाहौर भी गया, इन्हें मसंद भी इकट्ठे कीते। मसंदा ने क्या सी ते जिधर बाह लाइए उधर गुरु खड़ा कर देंगे, लेकिन संगत सारी हुण गुरु साहब वाले पासे सी। खैर खबर पहुंची, गुरु हरराए पातशाह जी ने सारियां दे विच गल विचार के कह दिता, हुण गुरगद्दी ते जे लायक है तां फिर मेरा छोटा पुत गुरु हरकृष्ण पातशाह जी ही गुरगद्दी ते बैठ सकते हैं। हुण दो गल्लां सानूं इत्थे देखण नूं मिलदियां न। एक कुख दे विचों दो पुत्तर जन्म लैंदे हन। एक नूं ते गुरु साहब ने कहा सतवें पातशाह जी ने मेरे मत्थे ना लगी, और दूजे गुरु साहब बारे दसम पातशाह जी की लिखत की कहती है, श्री हरकृष्ण तिहाई है जिस डिठे सब दुख जाए। एक ते ओ है जिन्हों कहा मेरे मत्थे ना लगी, ते दूजे नूं कहा जिहड़ा इहदे मत्थे जिहड़ा इहदे दर्शन करेगा उहदे जीवन विच दुख आ ही नहीं सकता है। खैर गुरु हरकृष्ण पातशाह जी नूं गुरगद्दी ते बिठाया। गुरगद्दी दी रस्म जिहड़ी है वो बाबा बुड्ढा जी दे पोतरे भाई गुरदित्ता जी वालों निभाई गई है। हुण गुरु हरकृष्ण पातशाह जी गुरगद्दी ते शोभायमान होए। राम राय इन्हें बड़ियां चलाकियां कीतियां। ये फिर मुड़ के फिर औरंगजेब कोल आया। औरंगजेब सन 1663 दे विच 62 दे दसंबर दे विच ये कश्मीर गया सी, ते 63 दे विच तकरीबन 1.5 साल लगा के ये दिल्ली वापसी मुड़िया सी। जदों ये दिल्ली वापसी मुड़िया, राम राय फिर ये कोल आ गया, उन्हें फिर अपना हक मंगया। ते उस वेले राम राय नूं गुरु साहब गुरु हरकृष्ण पातशाह जी ते गुरगद्दी ते बैठे हैं। औरंगजेब दी एक चापलूसी करता है। औरंगजेब दी चापलूसी करके क्या मेरा हक दवाओ। औरंगजेब कहता तेरा हक ते नहीं दवा सकता, अपने वल्लों तैनूं जगीर दे सकता हाँ। फिर औरंगजेब ने पहाड़ी इलाके विच जिन्हों उस वेले दून दियां पहाड़ियां कहा जांदियां सी, उत्थे गुरु साहब दे पुत्र बाबा राम राय नूं उत्थे जगह दिती। उत्थे जाके एक डेरा खोलिया, और डेरा फिर देरा, क्योंकि कई बारी पंजाबी विच अक्सर ट्रांसलेट हो जाते हैं। जिवें असल अक्षर जिहड़ा है वह काजी हुंदा है, लेकिन बाणी विच बहुत थावां ते कादी शब्द वरत्या जाता है। ते हुण डेरा दी जगह देहरा बनिया। देरा तो दून वो जिहड़ा बाबा राम राय दा शहर सी, जिहड़ा बाद विच फिर उत्थे अंग्रेज भी आए। असल दे विच ये पूरे दा पूरा इलाका राम राय नूं गिफ्ट दिता सी। बाद विच जदों गुरु साहब नूं पता लग्या, गुरु हरराय पातशाह जी ने ये बचन कहे सी, बाबा राम राय ने गुरबाणी दी तुक नूं बतलिया है, ये जिंदे जी ईरखा दी अग विच सड़ेगा, और ये जदों मरेगा तां भी अग विच सड़ के मरेगा। और ये इतिहास है साडा। जदों दसम पातशाह जी पौंटा साहब गए सी, तां ऐसे बाबा राम राय ने गुरु साहब नूं बेनती कीती सी, गुरु साहब तुसीं मेरे कोल आओ। फिर जमुना दे विचकार, क्योंकि डरिया बड़ा सी अपने मसंदा कोलों, भी मसंद इहनूं बाहर नहीं जाण दिंदे सी, इहनूं एक तरीके नाल कैद कीता होया सी। फिर ये जमुना दे विच गुरु साहब दे नाल मिलाप होया। गुरु साहब नूं कहा सी, गुरु गोबिंद सिंह पातशाह जी नूं, गुरु साहब कोई पता नहीं मेरे मसंद कदों मैनूं मार देण, इस करके तुसीं मेरे उपर रहमत करो। गुरु साहब ने क्या कोई नहीं, रब भली करेगा। मसंदा नूं पता लग्या, शाम नूं बैठिया सी ऐदां अपना आसन जमा के, इहदी सुरत जुड़ी हुई सी। खैर बाबा राम राय नूं उदे ही मसंदा ने अग विच जिउंदे साड़ के खत्म कीता सी। ये बाबा राम राय दा इतिहास है। हुण गुरु हरकृष्ण पातशाह जी औरंगजेब नूं फिर पता लग्या भी इदां गुरु हरकृष्ण पातशाह जी नूं फिर मिलण लई बुलाना चाहया, लेकिन इस बारी उन्हें विच एक बंदा लिया जिहड़ा राजा जय सिंह है। ये राजा जय सिंह दा साडे इतिहास दे नाल भी बहुत बड़ा संबंध है।
ਇਹ ਰਾਜਾ ਜੈ ਸਿੰਘ ਉਸ ਵੇਲੇ ਇੱਥੋਂ ਦਾ ਰਾਜਾ, ਇਹਦਾ ਸਾਰਾ ਇਲਾਕਾ ਇਹ ਹੁੰਦਾ ਸੀ ਤੇ ਉਹਦਾ ਬੰਗਲਾ ਸੀ ਇਹ। ਰਾਜਾ ਜੈ ਸਿੰਘ ਨੇ ਪਰਸ਼ੂਰਾਮ ਨੂੰ ਭੇਜਿਆ। ਰਾਜਾ ਜੈ ਸਿੰਘ ਕਹਿੰਦਾ ਔਰੰਗਜ਼ੇਬ ਤੂੰ ਚਿੰਤਾ ਨਾ ਕਰ, ਗੁਰੂ ਸਾਹਿਬ ਨੂੰ ਬੁਲਾਉਣ ਦੀ ਜ਼ਿੰਮੇਵਾਰੀ ਮੇਰੀ ਹੈ, ਲੇਕਿਨ ਤੂੰ ਵਿੱਚ ਨਾ। ਰਾਜਾ ਜੈ ਸਿੰਘ ਨੇ ਪਰਸ਼ੂਰਾਮ ਨੂੰ ਭੇਜਿਆ। ਇਹ ਜਿਹੜਾ ਹੈ ਕੀਰਤਪੁਰ ਸਾਹਿਬ ਦੀ ਧਰਤੀ ਤੇ ਗਿਆ, ਗੁਰੂ ਸਾਹਿਬ ਨੂੰ ਜਾ ਕੇ ਬੇਨਤੀ ਕਰਦਾ, ਗੁਰੂ ਸਾਹਿਬ ਤੁਹਾਨੂੰ ਐਦਾਂ ਔਰੰਗਜ਼ੇਬ ਦੇ ਭਾਵੇਂ ਤੁਸੀਂ ਮਿਲਿਓ ਨਾ ਮਿਲਿਓ, ਲੇਕਿਨ ਉੱਥੋਂ ਦੀ ਸੰਗਤ ਜਾਂ ਰਾਜਾ ਜੈ ਸਿੰਘ ਤੁਹਾਨੂੰ ਯਾਦ ਕਰਦਾ ਹੈ। ਗੁਰੂ ਸਾਹਿਬ ਨੇ ਮੁਖੀ ਸਿੱਖਾਂ ਦੇ ਨਾਲ, ਦੇਖੋ ਗੁਰੂ ਨੇ, ਗੁਰੂ ਸਾਹਿਬ ਅੱਜ ਵੀ ਕਈ ਵਾਰੀ ਕੋਈ ਜਥੇਦਾਰ ਆਪਣੇ ਤਰੀਕੇ ਨਾਲ, ਕੋਈ ਮੈਂਬਰ ਕਿਸੇ ਵੀ ਤਰੀਕੇ ਨਾਲ ਕੀ ਆਪਣਾ ਫੈਸਲਾ ਲੈ ਸਕਦਾ? ਨਹੀਂ। ਪੰਜ ਪਿਆਰਿਆਂ ਤੋਂ ਬਿਨਾ ਜਾਂ ਪੰਥ ਤੋਂ ਬਿਨਾ ਅੱਜ ਵੀ ਕੋਈ ਫੈਸਲਾ ਨਹੀਂ ਲਿਆ ਜਾਂਦਾ। ਗੁਰੂ ਸਾਹਿਬ ਨੇ ਮੁਖੀ ਸਿੱਖਾਂ ਨੂੰ ਬੁਲਾਇਆ, ਜਿਹਦੇ ਵਿੱਚ ਭਾਈ ਮਨੀ ਸਿੰਘ ਵੀ ਮੌਜੂਦ ਸੀ, ਭਾਈ ਦਇਆਲਾ ਜੀ ਮੌਜੂਦ ਸੀ, ਭਾਈ ਦਰਗਾਹਮਲ ਮੌਜੂਦ ਸੀ। ਇਹਨਾਂ ਨਾਲ ਵਿਚਾਰ ਕੀਤੀ ਤਾਂ ਗੁਰੂ ਸਾਹਿਬ ਨੇ ਕਿਹਾ ਡਰਨ ਦੀ ਗੱਲ ਨਹੀਂ, ਅਸੀਂ ਸਿੱਖਾਂ ਦੇ ਸੱਦੇ ਤੇ ਜਾ ਰਹੇ ਹਾਂ, ਸਾਡਾ ਔਰੰਗਜ਼ੇਬ ਨਾਲ ਕੋਈ ਸੰਬੰਧ ਨਹੀਂ ਹੈ। ਜਿਵੇਂ ਗੁਰੂ ਸਾਹਿਬ ਨੇ ਸਾਨੂੰ ਕਿਹਾ ਸੀ ਨਹਿ ਮਲੇਚ ਕੋ ਦਰਸ਼ਨ ਦੇ ਹੈ, ਦਰਸ਼ਨ ਅਸੀਂ ਵੀ ਨਹੀਂ ਕਰਾਂਗੇ ਤੇ ਦਰਸ਼ਨ ਉਹਨੂੰ ਦੇਾਂਗੇ ਵੀ ਨਹੀਂ। ਗੁਰੂ ਸਾਹਿਬ ਨੇ ਜਾਣ ਦੀ ਤਿਆਰੀ ਕੀਤੀ ਹੈ। ਹੁਣ ਸਾਨੂੰ ਕੀ ਲੱਗਦਾ ਗੁਰੂ ਸਾਹਿਬ ਇਕੱਲੇ ਹੀ ਆ ਗਏ ਸੀ? ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਵੀ ਗੁਰੂ ਸਾਹਿਬ ਆਏ ਤੇ ਬੰਗਲੇ ਵਿੱਚ ਟਿਕੇ? ਨਹੀਂ, ਗੁਰੂ ਸਾਹਿਬ ਦੀ ਜਿਹੜੀ ਜਾਣ ਦੀ ਤਿਆਰੀ ਸੀ ਉਹਨੂੰ ਬੜੇ ਸੋਹਣੇ ਤਰੀਕੇ ਨਾਲ ਬਿਆਨ ਕੀਤਾ ਹੈ। ਸਭ ਤੋਂ ਅੱਗੇ ਜਦੋਂ ਗੁਰੂ ਸਾਹਿਬ ਚੱਲੇ, ਇੱਕ ਨਗਾਰਾ ਵੱਜਦਾ ਸੀ, ਜਿਹੜਾ ਕਹਿੰਦਾ ਸੀ ਉਹਨੂੰ ਨਗਾਰਾ ਵਜਾਉਣ ਵਾਲਾ ਗੁਰੂ ਸਾਹਿਬ ਆ ਰਹੇ ਹਨ। ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ, ਜਿਵੇਂ ਕੋਈ ਬਾਦਸ਼ਾਹ ਲੰਘਦਾ ਸੀ ਤਾਂ ਪੁਰਾਣੇ ਸਮਿਆਂ ਵਿੱਚ ਕਿਹਾ ਜਾਂਦਾ ਸੀ ਬਾਦਸ਼ਾਹ ਸਲਾਮਤ ਆ ਰਹੇ ਹਾਂ, ਤੇ ਉਦੋਂ ਕਿਹਾ ਗਿਆ ਦੀਨ ਦੁਨੀ ਦੇ ਮਾਲਕ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਆ ਰਹੇ ਹਨ। ਅੱਗੇ ਨਗਾਰਾ, ਪਿੱਛੇ ਝੰਡਾ। ਅੱਜ ਅਸੀਂ ਨਿਸ਼ਾਨ ਸਾਹਿਬ ਸ਼ਬਦ ਵਰਤਦੇ ਹਾਂ, ਅਸਲ ਦੇ ਵਿੱਚ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਸ਼ਬਦ ਨਿਸ਼ਾਨ ਸਾਹਿਬ ਨਹੀਂ ਵਰਤਿਆ ਜਾਂਦਾ ਸੀ, ਉਦੋਂ ਝੰਡਾ ਹੀ ਵਰਤਿਆ ਜਾਂਦਾ ਸੀ। ਨਿਸ਼ਾਨ ਸਾਹਿਬ ਦਾ ਅਰਥ ਦੂਜਾ ਹੁੰਦਾ ਹੈ। ਨਿਸ਼ਾਨ ਸਾਹਿਬ ਦਾ ਅਰਥ ਬਣਦਾ ਨਿਸ਼ਾਨੀ, ਵੀ ਨਿਸ਼ਾਨ ਸਾਹਿਬ ਜਿੱਥੇ ਲੱਗਿਆ ਹੈ ਇਹ ਗੁਰੂ ਘਰ ਹੋਣ ਦੀ ਨਿਸ਼ਾਨੀ ਹੈ। ਪ੍ਰਕਾਸ਼ ਤੇ ਅਸੀਂ ਆਪਣੇ ਘਰ ਵੀ ਕਰ ਸਕਦੇ ਹਾਂ, ਲੇਕਿਨ ਉਹ ਕਦੇ ਗੁਰੂ ਘਰ ਨਹੀਂ ਹੈ, ਗੁਰਦੁਆਰਾ ਨਹੀਂ ਹੈ। ਗੁਰਦੁਆਰੇ ਦੇ ਵਿੱਚ ਪੰਜ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਉੱਥੇ ਪੰਗਤ ਹੈ, ਸੰਗਤ ਹੈ, ਉੱਥੇ ਗੁਰੂ ਸਾਹਿਬ ਮੌਜੂਦ ਹਨ, ਉੱਥੇ ਦਰਬਾਰ ਹੈ, ਉੱਥੇ ਲੰਗਰ ਹੈ ਗੁਰੂ ਸਾਹਿਬ ਦਾ ਵਰਤਦਾ ਹੈ, ਉੱਥੇ ਨਾਲ ਨਗਾਰਾ ਹੋਣਾ ਚਾਹੀਦਾ ਹੈ, ਉੱਥੇ ਨਿਸ਼ਾਨ ਸਾਹਿਬ ਹੋਣਾ ਚਾਹੀਦਾ ਹੈ। ਨਿਸ਼ਾਨ ਦਾ ਅਰਥ ਹੈ ਇੱਥੇ ਕਿਸੇ ਮਜ਼ਹਬ ਦਾ ਬੰਦਾ ਆ ਸਕਦਾ, ਉਹਨੂੰ ਰੋਕਿਆ ਨਹੀਂ ਜਾਏਗਾ। ਇੱਥੇ ਲੋੜਵੰਦ ਬੰਦਾ ਉਹਦੀ ਜ਼ਰੂਰਤ ਪੂਰੀ ਕੀਤੀ ਜਾਏਗੀ, ਉਹਨੂੰ ਰੋਟੀ ਕੱਪੜਾ, ਉਹਨੂੰ ਸਿੱਖਿਆ, ਐਜੂਕੇਸ਼ਨ, ਜਿਹੜੀ ਚੀਜ਼ ਦੀ ਲੋੜ ਹੋਏਗੀ ਉਹਨੂੰ ਦਿੱਤੀ ਜਾਏਗੀ। ਝੰਡਾ ਪਿੱਛੇ, ਉਹ ਤੋਂ ਪਿੱਛੇ 2200 ਘੋੜ ਸਵਾਰ ਗੁਰੂ ਸਾਹਿਬ ਦੇ, ਫਿਰ ਗੁਰੂ ਸਾਹਿਬ ਦੀ ਪਾਲਕੀ, ਫਿਰ ਮਾਤਾ ਜੀ ਦਾ ਰਥ, ਉਹ ਤੋਂ ਪਿੱਛੇ ਸੀ ਸੰਗਤਾਂ ਜਿਹੜਾ ਕੀਰਤਨ ਕਰ ਰਹੀਆਂ ਸੀ। ਕੀਰਤਨ ਕਰਦਿਆਂ ਗੁਰੂ ਸਾਹਿਬ ਦੀ ਸਵਾਰੀ ਲੰਘਦੀ ਹੈ, ਰੋਪੜ ਠਹਿਰਦੀ ਹੈ। ਰੋਪੜ ਤੋਂ ਬਾਅਦ ਪੜਾਵ ਤੇ ਬਹੁਤ ਵੱਡਾ ਹੈ, ਕਿਉਂਕਿ ਸੰਗਤਾਂ ਨੇ ਜੜੀਆਂ ਇਹਨਾਂ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਦੀਆਂ ਹਨ, ਤਕਰੀਬਨ ਸਾਰੇ ਰੂਟ ਦਾ ਪਤਾ ਹੀ ਹੁੰਦਾ ਹੈ ਵੀ ਗੁਰੂ ਸਾਹਿਬ ਨੇ ਕਿੱਥੇ ਚਰਨ ਪਾਏ। ਹੁਣ ਰੋਪੜ ਤੋਂ ਆਪਾਂ ਪੰਜੋਖਰੇ ਆਵਾਂਗੇ। ਗੁਰੂ ਸਾਹਿਬ ਪੰਜੋਖਰੇ ਦੀ ਧਰਤੀ ਤੇ ਆਏ। ਸਿੱਖਾਂ ਨੇ ਗੁਰੂ ਸਾਹਿਬ ਨੂੰ ਕਿਹਾ ਗੁਰੂ ਸਾਹਿਬ ਪਿੱਛੋਂ ਕਸ਼ਮੀਰ ਦੀਆਂ ਸੰਗਤਾਂ ਆ ਰਹੀਆਂ ਨੇ, ਇਸ ਕਰਕੇ ਉਹ ਦਰਸ਼ਨ ਕਰਨਾ ਚਾਹੁੰਦੀਆਂ ਨੇ, ਤੁਸੀਂ ਥੋੜਾ ਸਮਾਂ ਇੱਥੇ ਰੁਕੋ। ਗੁਰੂ ਸਾਹਿਬ ਨੇ ਕਿਹਾ ਫਿਰ ਦੀਵਾਨ ਸਜਾ ਦਿਓ। ਗੁਰੂ ਸਾਹਿਬ ਦੇ ਦੀਵਾਨ ਸਜੇ, ਸੋਨਾ ਸਿੰਘਾਸਨ ਸਜਾਇਆ ਗਿਆ। 8ਵੇਂ ਪਾਤਸ਼ਾਹ ਜੀ ਕਲਗੀ ਲਗਾ ਕੇ ਸਿੰਘਾਸਨ ਤੇ ਸੋਹਣੇ ਰੂਪ ਦੇ ਵਿੱਚ ਬੈਠੇ ਹਨ। ਹੁਣ ਜਦੋਂ ਪਤਾ ਲੱਗਿਆ ਉਸ ਪਿੰਡ ਦੇ ਬੰਦੇ ਲਾਲ ਚੰਦ ਨੂੰ, ਹੰਕਾਰੀ ਬੜਾ ਸੀ, ਜਾਤ ਦਾ ਬੜਾ ਹੰਕਾਰ ਸੀ, ਉਹ ਕਹਿੰਦਾ ਇਹ ਕਿਹੜਾ ਮਹਾਪੁਰਸ਼ ਆ ਰਿਹਾ ਹੈ। ਸਿੱਖਾਂ ਨੇ ਦੱਸਿਆ ਇਹ ਗੁਰੂ ਨਾਨਕ ਦੀ ਗੱਦੀ ਦੇ 8ਵੇਂ ਵਾਰਿਸ ਆਏ ਹਨ। ਪੁੱਛਿਆ ਇਹਨਾਂ ਦਾ ਨਾਂ ਕੀ ਹੈ? ਕਹਿੰਦੇ ਨੇ ਇਹਨਾਂ ਦਾ ਨਾਮ ਹੈ ਹਰਕ੍ਰਿਸ਼ਨ, ਲੇਕਿਨ ਅਸੀਂ ਪਿਆਰ ਦੇ ਨਾਲ ਸ੍ਰੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਕਹਿੰਦੇ ਹਾਂ। ਤੇ ਕਹਿੰਦੇ ਨਾਮ ਰਖਾਵਨ ਅਤ ਸੁਖੈਨ, ਤਿਸਕੇ ਗੁਣ ਸ਼ੁਭ ਕਿਨਮੈ ਹਨ। ਕਹਿੰਦੇ ਨਾਮ ਤੇ ਬੜਾ ਸੌਖਾ ਰਖਾ ਲੈਣਾ। ਆਪਾਂ ਵੀ ਕਈ ਵਾਰੀ ਕੋਈ ਨਾਨਕ ਨਾਂ ਰਖਾ ਲਿਆ, ਆਪਾਂ ਕਈ ਕਹਿੰਦੇ ਅਸੀਂ ਸੋਢੀ ਕੁਲ ਦੇ ਹਾਂ, ਕੋਈ ਕਹਿੰਦੇ ਨੇ ਅਸੀਂ ਗੁਰੂ ਨਾਨਕ ਬੇਦੀ ਵੰਸ਼ ਦੇ ਹਾਂ। ਵੀ ਬੇਦੀ ਵੰਸ਼ ਵਿੱਚੋਂ ਹੋ ਕੇ ਤੁਸੀਂ ਗੁਰੂ ਨਾਨਕ ਕੋਈ ਬਣ ਜਾਓਗੇ। ਮਾਫ ਕਰਨਾ ਕਿ ਕਿਸੇ ਨੂੰ ਟਾਰਗੇਟ ਨਹੀਂ ਕੀਤਾ ਜਾ ਰਿਹਾ। ਆਪਾਂ ਕਈ ਵਾਰੀ ਕਦੀ ਐਦਾਂ ਦੀਆਂ ਗੱਲਾਂ ਕਹਿ ਜਾਂਦੇ ਹਾਂ। ਤੇ ਹੁਣ ਲਾਲ ਚੰਦ ਕਹਿੰਦਾ ਹੈ ਨਾਮ ਤੇ ਸੋਹਣਾ ਰਖਾ ਲਿਆ, ਗੁਣ ਹੈਗੇ, ਹਰੀ ਦਾ ਨਾਂ ਰਖਾ ਲਿਆ, ਕ੍ਰਿਸ਼ਨ ਦਾ ਨਾਂ ਰਖਾ ਲਿਆ।
ਗੁਣ ਹੈਗੇ ਗੁਰੂ ਭਾਵ ਸਾਡੇ ਕਿਰਸਨ ਜੀ ਵਾਲੇ। ਕਹਿੰਦੇ ਇਹ ਤਾਂ ਤੁਸੀਂ ਉਹਨਾਂ ਨਾਲ ਹੀ ਗੱਲ ਕਰੋ। ਸਿੱਖਾਂ ਨੇ ਆ ਕੇ ਗੁਰੂ ਸਾਹਿਬ ਨੂੰ ਦੱਸਿਆ। ਗੁਰੂ ਸਾਹਿਬ ਕਹਿੰਦੇ ਨੇ ਗੱਲਾਂ ਐਦਾਂ ਨਹੀਂ ਹੁੰਦੀਆਂ, ਪੰਡਤ ਜੀ ਨੂੰ ਕਹੋ ਸਾਡੇ ਦਰਬਾਰ ਵਿੱਚ ਆਉਣ, ਉਹਨਾਂ ਨੂੰ ਸਤਿਕਾਰ ਵੀ ਮਿਲੇਗਾ, ਇੱਜ਼ਤ ਵੀ ਮਿਲੇਗੀ। ਲੇਕਿਨ ਪੰਡਤ ਤੇ ਹੰਕਾਰੀ ਸੀ। ਪੰਡਤ ਆਇਆ, ਗੁਰੂ ਸਾਹਿਬ ਨੂੰ ਸਜਦਾ ਨਹੀਂ ਕੀਤਾ, ਨਮਸਕਾਰ ਨਹੀਂ ਕੀਤਾ। ਉਹਨੇ ਕਿਹਾ ਨਾ ਤੇ ਸੌਖਾ ਰਖਾ ਲਿਆ, ਬਾ ਏਦਾਂ ਕਰ ਦੋ ਤੁਸੀਂ ਗੀਤਾ ਦੇ ਅਰਥ ਕਰ ਸਕਦੇ ਹੋ। ਗੁਰੂ ਸਾਹਿਬ ਨੇ ਸੋਚਿਆ ਗੀਤਾ ਦੇ ਵੀ ਅਰਥ ਕਰਦੇ, ਤਸੱਲੀ ਇਹਦੀ ਤਾਂ ਵੀ ਨਹੀਂ ਹੋਣੀ ਹੈ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਤੂੰ ਪਿੰਡ ਵਿੱਚੋਂ ਜਿਹੜਾ ਮਰਜ਼ੀ ਬੰਦਾ ਲਿਆ, ਅਰਥ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਉਹਦੇ ਕੋਲੋਂ ਵੀ ਕਰਾ ਦੇਾਂਗੇ। ਹੁਣ ਉਹ ਪਿੰਡ ਵਿੱਚੋਂ ਲਿਆ ਛੱਜੂ ਝੀਵਰ ਨੂੰ। ਇਹ ਝੀਵਰ ਜਾਤ ਸੀ, ਇਹ ਲੋਕਾਂ ਦੇ ਘਰਾਂ ਵਿੱਚ ਪਾਣੀ ਢੋਂਦਾ ਸੀ। ਇੱਕ ਤੇ ਗੂੰਗਾ ਹੁੰਦਾ ਹੈ ਜਵਾਨ ਪੱਖੋਂ, ਇੱਕ ਬ੍ਰਾਹਮਣ ਨੇ ਵੀ ਲੋਕਾਂ ਨੂੰ ਗੂੰਗਾ ਹੀ ਰੱਖਿਆ ਹੋਇਆ ਸੀ। ਇਹਦੇ ਦੋ ਅਰਥ ਬਣਦੇ ਹਨ। ਜਿਹੜਾ ਗੂੰਗਾ ਅਰਥ ਕੀਤਾ ਵੀ ਉਹ ਕੰਨਾਂ ਤੋਂ ਸੁਣ ਨਹੀਂ ਸਕਦਾ ਸੀ, ਉਹ ਬੋਲ ਨਹੀਂ ਸਕਦਾ ਸੀ। ਇਹ ਬਾਣੀ ਵਿੱਚ ਵੀ ਸ਼ਬਦ ਆਇਆ, ਗੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ, ਪਾਵੋਂ ਤੇ ਪਿੰਗੁਲ ਪਿਆ ਮਾਰਿਆ ਸਤਿਗੁਰ ਬਾਣ। ਲੇਕਿਨ ਅਸੀਂ ਉਹੀ ਅਰਥ ਕਰ ਜਾਂਦੇ ਹਾਂ। ਗੁਰੂ ਸਾਹਿਬ ਨੇ ਛੜੀ ਰੱਖੀ ਉਹਦੀ ਆਵਾਜ਼। ਗੁਰੂ ਸਮਰੱਥ ਹੈ, ਗੁਰੂ ਸਭ ਕੁਝ ਕਰ ਸਕਦਾ ਹੈ, ਗੁਰੂ ਨੇ ਉਹ ਵੀ ਕੀਤਾ ਹੈ। ਲੇਕਿਨ ਉਹਨੂੰ ਇੱਕ ਬੋਲਣ ਦੀ ਆਜ਼ਾਦੀ ਵੀ ਦਿੱਤੀ ਹੈ ਉਹਨੂੰ, ਕਿਉਂਕਿ ਇੱਥੇ ਤਾਂ ਵੇਦ ਜੇ ਕਿਸੇ ਨੇ ਸੁਣੇ ਉਹਦੇ ਕੰਨਾਂ ਵਿੱਚ ਸੀਸਾ ਪਾ ਦਿੱਤਾ। ਉਹਨੂੰ ਵੇਦ ਸੁਣਨ ਦੀ ਆਜ਼ਾਦੀ ਨਹੀਂ ਸੀ। ਗੁਰੂ ਸਾਹਿਬ ਨੇ ਉਹਨੂੰ ਕਿਹਾ ਤੂੰ ਸੁਣ ਵੀ ਸਕਦਾ ਹੈ, ਤੂੰ ਗ੍ਰੰਥ ਪੜ੍ਹੇਗਾ ਵੀ, ਤੂੰ ਬੋਲੇਗਾ ਵੀ। ਉਹ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਇਆ। ਗੁਰੂ ਸਾਹਿਬ ਨੇ ਕਿਰਪਾ ਦ੍ਰਿਸ਼ਟੀ ਕੀਤੀ ਤੇ ਗੁਰੂ ਜਿਵੇਂ ਸ਼ਬਦ ਆਉਂਦਾ ਹੈ, ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਧਲੇ ਤ੍ਰਿਭਵਨ ਸੁਝਿਆ ਗੁਰ ਭੇਟ ਪੁਨੀਤਾ। ਗੁਰੂ ਸਾਹਿਬ ਨੇ ਰਹਿਮਤ ਕੀਤੀ। ਉਹਨੇ 10 ਸਵਾਲ ਕੀਤੇ ਸੀ, 10 ਸ਼ਲੋਕ ਦੇ ਅਰਥ ਕੀ ਪੁੱਛੇ ਸੀ। ਛੱਜੂ ਝੀਵਰ ਨੇ 20 ਜਵਾਬ ਉਹਦੇ ਦਿੱਤੇ, ਸੋਹਣੇ ਅਰਥ ਕੀਤੇ। ਇਹਦਾ ਹੰਕਾਰ ਟੁੱਟ ਗਿਆ। ਇਹ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸਾਡਾ ਇਤਿਹਾਸ ਤੇ ਇੱਥੋਂ ਤੱਕ ਕਹਿੰਦਾ, ਇਹਨੇ ਆਪਣਾ ਜਨੇਊ ਵੀ ਉਤਾਰ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਰੱਖ ਦਿੱਤਾ। ਕਿਉਂ? ਜਨੇਊ ਮਾੜਾ ਨਹੀਂ ਹੈ, ਮਾੜੀ ਸਾਡੀ ਸੋਚ ਹੈ। ਕਿਸੇ ਧਾਰਮਿਕ ਚਿੰਨ੍ਹ ਨੂੰ ਅਸੀਂ ਮਾੜਾ ਕਹਿ ਨਹੀਂ ਸਕਦੇ ਹਾਂ, ਕਿਉਂਕਿ ਚਿੰਨ੍ਹਾਂ ਖਾਤਰ ਤੇ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਹੈ। ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ। ਅਸੀਂ ਜਨੇਊ ਦੇ ਖਿਲਾਫ ਕੋਈ ਆ, ਕਿਸੇ ਧਾਰਮਿਕ ਚਿੰਨ੍ਹ ਦੇ ਨਹੀਂ। ਅਸਲ ਦੇ ਵਿੱਚ ਬੰਦੇ ਦੀ ਸੋਚ ਮਾੜੀ ਹੁੰਦੀ ਹੈ। ਇਹ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਇਆ, ਗੁਰੂ ਸਾਹਿਬ ਨੂੰ ਕਹਿੰਦਾ ਬਖਸ਼ ਦਿਓ। ਹੁਣ ਇਹਦਾ ਇਤਿਹਾਸ ਦੇਖੋ ਕਿੱਥੇ ਜਾ ਕੇ ਜੁੜਦਾ ਹੈ। ਕੇਵਲ ਇੱਥੇ ਅਸੀਂ ਸਮਾਪਤੀ ਕਰਦੇ ਹਾਂ ਵੀ ਇਹਨੇ ਗੁਰੂ ਸਾਹਿਬ ਨੇ ਬਖਸ਼ ਦਿੱਤਾ, ਫਿਰ ਆਪੇ ਸਿੱਧੀ ਦਿੱਲੀ ਆ ਜਾਂਦੇ ਆ। ਨਹੀਂ, ਇਹਦਾ ਇਤਿਹਾਸ ਅੱਗੇ ਹੈ ਜੀ। ਇਹ ਛੱਜੂ ਝੀਵਰ ਜਦੋਂ ਗੁਰੂ ਸਾਹਿਬ, ਇਹ ਪੰਡਿਤ ਕਹਿੰਦਾ ਗੁਰੂ ਸਾਹਿਬ ਮੈਨੂੰ ਬਖਸ਼ ਦਿਓ, ਗੁਰੂ ਸਾਹਿਬ ਨੇ ਕਿਹਾ ਨਾ ਮੈਂ ਨਹੀਂ, ਹੁਣ ਤੇ ਤੈਨੂੰ ਸਿੱਖ ਦੇ ਚਰਨਾਂ ਤੇ ਪੈਣਾ ਪਏਗਾ, ਛੱਜੂ ਦੇ ਪੈਰਾਂ ਤੇ ਪੈਣਾ ਪਏਗਾ। ਕਿਉਂਕਿ ਬਾਣੀ ਕਹਿੰਦੀ ਹੈ ਐਸੀ ਲਾਲ ਤੁਝ ਬਿਨ ਕੌਣ ਕਰੇ। ਤੇ ਉੱਥੇ ਗੁਰੂ ਸਾਹਿਬ ਨੇ ਕਿਹਾ ਤੇਰੇ ਤੋਂ ਬਿਨਾਂ ਰਹਿਮਤ ਕੌਣ ਕਰ ਸਕਦਾ ਹੈ। ਇਹ ਛੱਜੂ ਝੀਵਰ ਦੇ ਪੈਰਾਂ ਤੇ ਪਿਆ। ਛੱਜੂ ਝੀਵਰ ਨੂੰ ਇਹਨੂੰ ਵਡਿਆਈ ਗੁਰੂ ਸਾਹਿਬ ਨੇ ਬਖਸ਼ ਦਿੱਤੀ। ਇਸ ਲਾਲ ਚੰਦ ਨੂੰ ਵੀ ਗੁਰੂ ਸਾਹਿਬ ਨੇ ਬਖਸ਼ਿਆ। ਦਸਮ ਪਾਤਸ਼ਾਹ ਜੀ ਕੋਲੋਂ ਇਹਨੇ ਖੰਡੇ ਬਾਟੇ ਦੀ ਪਹੁਲ ਲਈ। ਇਹ ਲਾਲ ਚੰਦ ਤੋਂ ਲਾਲ ਸਿੰਘ ਬਣਿਆ ਔਰ ਚਮਕੌਰ ਦੀ ਗੜੀ ਵਿੱਚ ਜਾ ਕੇ ਸ਼ਹੀਦ ਹੋਇਆ ਸੀ ਇਹ ਲਾਲ ਚੰਦ। ਹੁਣ ਛੱਜੂ ਝੀਵਰ ਨੂੰ ਆਪਾਂ ਅੱਗੇ ਲੈ ਕੇ ਚੱਲਦੇ ਹਾਂ। ਛੱਜੂ ਝੀਵਰ ਨੂੰ ਗੁਰੂ ਸਾਹਿਬ ਨੇ ਸਿੱਖ ਬਣਾ ਦਿੱਤਾ। ਇਹਨੂੰ ਉੜੀਸਾ ਭੇਜ ਦਿੱਤਾ। ਉੜੀਸਾ ਜਗन्नाथपुरी ਭੇਜਾ। ਉੱਥੇ ਇਹਦੇ ਵੰਸ਼ ਵਿੱਚੋਂ ਅੱਗੇ ਜਾ ਕੇ ਸਾਡੇ 5 ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਹੋਏ ਹਨ, ਜਿਹੜੇ ਉੱਥੋਂ ਚਲੇ ਸੀ। ਹੁਣ ਭਾਈ ਹਿੰਮਤ ਸਿੰਘ ਜੀ ਦੇ 2 ਭਰਾ ਹੋਰ ਆਏ ਸੀ, ਭਾਈ ਨਿਯਾਮਤ ਰਾਏ, ਭਾਈ ਮੋਹਕਮ ਰਾਏ। ਇਹ ਮੋਹਕਮ ਰਾਏ 5 ਪਿਆਰਿਆਂ ਵਿੱਚੋਂ ਨਹੀਂ, ਨਾਮ ਰਲਦਾ ਹੈ ਕੇਵਲ। ਇਹਨਾਂ ਦੇ 2 ਭਰਾ ਹੋਰ ਆਏ, ਭਾਈ ਨਿਯਾਮਤ ਰਾਏ, ਭਾਈ ਮੋਹਕਮ ਰਾਏ। ਇਹਨਾਂ ਨੇ ਵੀ ਖੰਡੇ ਬਾਟੇ ਦੀ ਪਹੁਲ ਲਈ। ਭਾਈ ਨਿਯਾਮਤ ਰਾਏ ਦੇ 7 ਪੁੱਤਰ ਜੰਮੇ। ਇਹਨਾਂ 7 ਪੁੱਤਰਾਂ ਦੇ ਕਰਕੇ ਕਟਕ ਪੈਂਦਾ ਹੈ, ਜਿੱਥੇ ਗੁਰੂ ਨਾਨਕ ਜੀ ਦਾ ਅਸਥਾਨ ਹੈ, ਜਿੱਥੇ ਉਹਨਾਂ ਨੇ ਦਾਤਣ ਸੁੱਟੀ ਸੀ। ਤੇ ਅੱਜ ਦਾਤਣ ਸਾਹਿਬ ਗੁਰਦੁਆਰਾ ਹੈ। ਉੱਥੇ ਇੱਕ 7 ਕੁੰਡਾ ਪਿੰਡ ਪੈਂਦਾ ਹੈ। ਨਿਯਾਮਤ ਰਾਏ ਦੇ 7 ਪੁੱਤਰ ਹੋਏ। 7 ਪੁੱਤਰਾਂ ਕਰਕੇ 7 ਕੁੰਡਾ ਪਿੰਡ ਵਸਿਆ। ਔਰ ਪ੍ਰਿੰਸੀਪਲ ਸਤਬੀਰ ਸਿੰਘ ਜੀ ਤਾਂ ਕਹਿੰਦੇ ਹਨ ਉਹਦੀ ਵੰਸਾਵਲੀ ਅੱਜ ਵੀ ਉੱਥੇ ਐਦਾਂ ਹੀ ਚੱਲਦੀ ਹੈ। ਇਹ ਸਾਡਾ ਇਤਿਹਾਸ ਛੱਜੂ ਝੀਵਰ ਦਾ ਹੈ। ਖੈਰ, ਗੁਰੂ ਸਾਹਿਬ ਹੁਣ ਦਿੱਲੀ ਦੀ ਧਰਤੀ ਤੇ ਆਏ। ਦਿੱਲੀ ਦੀ ਧਰਤੀ ਤੇ ਆ ਕੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਠਹਿਰੇ।
ਬਾ 1 ਮਿੰਟ ਦੇ ਲਈ। ਰਾਜਾ ਜੈ ਸਿੰਘ ਦੇ ਘਰ ਦੇ ਵਿੱਚ ਇੱਕ ਪੁੱਤਰ ਸੀ ਰਾਮ ਸਿੰਘ। ਰਾਮ ਸਿੰਘ ਜਦੋਂ ਅਸਾਮ ਭੇਜਿਆ ਸੀ ਔਰੰਗਜ਼ੇਬ ਨੇ, ਤਾਂ ਰਾਮ ਸਿੰਘ ਨੇ ਗੁਰੂ ਤੇਗ ਬਹਾਦਰ ਜੀ ਨੂੰ ਬੇਨਤੀ ਕੀਤੀ ਸੀ। ਗੁਰੂ ਤੇਗ ਬਹਾਦਰ ਜੀ ਉੱਥੇ ਗਏ ਸੀ, ਇਹਦੀ ਸੁਲ੍ਹਾ ਕਰਾਈ ਸੀ। ਇਹਦੀ ਫਿਰ ਰਾਣੀ ਨੇ ਅਰਦਾਸ ਕੀਤੀ ਸੀ ਗੁਰੂ ਤੇਗ ਬਹਾਦਰ ਜੀ ਨੂੰ, ਮੇਰੇ ਘਰ ਦੇ ਵਿੱਚ ਪੁੱਤਰ ਜੰਮੇ। ਇਹਦੇ ਘਰ ਦੇ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਸੀ ਰਤਨ ਰਾਏ, ਜਿਹੜਾ ਬਾਅਦ ਵਿੱਚ ਗੁਰੂ ਸਾਹਿਬ ਵਾਸਤੇ ਸਫੇਦ ਪ੍ਰਸ਼ਾਦੀ ਹਾਥੀ 5 ਕਲਾ ਸ਼ਸਤਰ ਚੰਦਨ ਦੀ ਚੌਕੀ ਲੈ ਕੇ ਉੱਥੇ ਹਾਜ਼ਰ ਹੋਇਆ ਸੀ। ਇਹ ਰਾਜਾ ਜੈ ਸਿੰਘ ਦਾ ਪੋਤਰਾ ਸੀ ਰਤਨ ਰਾਏ, ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਸੀ। ਖੈਰ ਗੁਰੂ ਸਾਹਿਬ ਇੱਥੇ ਲੋਕਾਂ ਦੇ ਦੁੱਖ ਦਰਦ ਦੂਰ ਕੀਤੇ, ਬਿਮਾਰੀ ਗੁਰੂ ਸਾਹਿਬ ਨੂੰ ਵੀ ਲੱਗੀ। ਖੈਰ ਗੁਰੂ ਸਾਹਿਬ ਸਨ 1664 ਈਸਵੀ ਨੂੰ ਐਸੇ ਦਿੱਲੀ ਦੀ ਧਰਤੀ ਤੇ, ਦਿੱਲੀ ਦੇ ਲੋਕਾਂ ਤੇ ਕਿੰਨਾ ਉਪਕਾਰ ਗੁਰੂ ਸਾਹਿਬ ਦਾ, ਵੀ ਇੱਥੋਂ ਦੀਆਂ ਲੋਕਾਂ ਦੀਆਂ ਅਰਦਾਸਾਂ ਨੂੰ ਸੁਣਿਆ, ਇਹਨਾਂ ਦੀ ਬਿਮਾਰੀ ਨੂੰ ਦੂਰ ਕੀਤਾ। ਗੁਰੂ ਸਾਹਿਬ ਜੋਤੀ ਜੋਤ ਸਮਾਏ। ਅੱਜ ਇੱਕ ਇਤਿਹਾਸਕ ਦਿਨ ਹੋਰ ਹੈ, ਕੇਵਲ ਥੋੜੀ ਸਮੇਂ ਦੇ ਵਿੱਚ ਭਾਈ ਤਾਰੂ ਸਿੰਘ ਜੀ, ਭਾਈ ਤਾਰੂ ਸਿੰਘ ਜੀ 17ਵੀਂ 18ਵੀਂ ਸਦੀ ਦੇ ਉਹ ਯੋਧੇ ਹਨ, ਪਿੰਡ ਪੂਲੇ ਦੇ ਰਹਿਣ ਵਾਲੇ। ਇਹ 25 ਸਾਲ ਦਾ ਜਵਾਨ, ਇਹ ਸਿੱਖਾਂ ਦੇ ਲਈ ਜਿਹੜੇ ਜੰਗਲਾਂ ਦੇ ਵਿੱਚ ਯੁੱਧ ਲੜ ਰਹੇ ਸੀ, ਉਹਨਾਂ ਲਈ ਇਹ ਲੰਗਰ ਪ੍ਰਸਾਦੇ ਤਿਆਰ ਕਰਕੇ ਪਹੁੰਚਾਉਂਦੇ ਸੀ। ਕੱਪੜੇ, ਜੋ ਚੀਜ਼ ਲੋੜ ਹੁੰਦੀ, ਹਰ ਭਗਤ ਨਿਰੰਜਨੀਏ ਨੇ ਖਬਰ ਦੇ ਦਿੱਤੀ ਅੱਗੇ। ਜ਼ਕਰੀਆ ਖਾਨ ਨੇ ਕਿਹਾ ਮੇਰੇ ਸਾਹਮਣੇ ਪੇਸ਼ ਕੀਤਾ ਜਾਵੇ। ਜ਼ਕਰੀਆ ਖਾਨ ਦੇ ਕਹਿਣ ਦੇ ਨਾਲ ਇਹਨਾਂ ਨੂੰ ਪੇਸ਼ ਕੀਤਾ ਗਿਆ। ਇਹਨਾਂ ਦੀ ਇੱਕ ਭੈਣ ਸੀ, ਭੈਣ ਨੂੰ ਵੀ ਕੀਤਾ ਗਿਆ ਸੀ, ਲੇਕਿਨ ਉੱਥੋਂ ਦੇ ਹਿੰਦੂਆਂ ਤੇ ਮੁਸਲਮਾਨਾਂ ਤੇ ਸਿੱਖਾਂ ਨੇ ਉਹਨਾਂ ਨੂੰ ਛੜਾ ਲਿਆ ਸੀ, ਕਿਉਂਕਿ ਸਾਰੇ ਸਤਿਕਾਰ ਕਰਦੇ ਸੀ। ਇਹਨਾਂ ਦੀ ਮਾਤਾ ਦਾ ਨਾਮ ਧਰਮਕੌਰ ਸੀ, ਇਹਨਾਂ ਦੇ ਪਿਤਾ ਦਾ ਨਾਮ ਭਾਈ ਜੋਧ ਸੀ, ਭਾਈ ਤਾਰੂ ਜੀ। ਹੁਣ ਭਾਈ ਤਾਰੂ ਜੀ ਨੂੰ ਉੱਥੇ ਪੇਸ਼ ਕੀਤਾ ਗਿਆ ਦਰਬਾਰ ਦੇ ਵਿੱਚ, ਤੇ ਸਾਰੀਆਂ ਗੱਲਾਂ ਜਦੋਂ ਕੀਤੀਆਂ ਗਈਆਂ, ਭਾਈ ਤਾਰੂ ਸਿੰਘ ਜੀ ਨੂੰ ਫਿਰ ਕਿਹਾ ਸੀ, ਜਦੋਂ ਕੇਸ਼ਾਂ ਤੇ ਸਿੱਖੀ ਦੀ ਗੱਲ ਉਹਨਾਂ ਨੇ ਕੀਤੀ, ਕਹਿੰਦੇ ਇਹ ਸਾਡੀ ਸਿੱਖੀ ਹੈ, ਤਾਂ ਜ਼ਕਰੀਆ ਖਾਨ ਨੇ ਕਿਹਾ ਸੀ ਤੇਰਾ ਸਿਰ ਹੋਏਗਾ, ਮੇਰੀ ਜੁੱਤੀ ਹੋਏਗੀ। ਕਹਿੰਦੇ ਨੇ ਤੇਰੇ ਵਾਲਾਂ ਨੂੰ ਇਸ ਜੁੱਤੀ ਦੇ ਨਾਲ ਸਾਫ਼ ਕਰਾਂਗਾ। ਤੇ ਭਾਈ ਤਾਰੂ ਸਿੰਘ ਜੀ ਨੇ ਕਿਹਾ ਚਿੰਤਾ ਨਾ ਕਰ, ਇਹ ਜੁੱਤੀ ਤੇਰੇ ਸਿਰ ਦੇ ਵਿੱਚ ਵੱਜੂਗੀ ਤਾਂ ਤੈਨੂੰ ਆਰਾਮ ਆਏਗਾ। ਖੈਰ ਬਾਅਦ ਵਿੱਚ ਜਦੋਂ ਭਾਈ ਤਾਰੂ ਸਿੰਘ ਜੀ ਦੀ ਖੋਪਰ ਨੂੰ ਉਤਾਰ ਦਿੱਤਾ ਗਿਆ, ਜਿਵੇਂ ਖੋਪਰ ਉਤਾਰਿਆ ਉਸ ਵੇਲੇ ਹੀ ਉਹਦਾ ਪਿਸ਼ਾਬ ਦਾ ਬੰਦ ਦਾ ਰੋਗ ਲੱਗਿਆ। ਤੇ ਸਾਡਾ ਇਤਿਹਾਸ ਕਹਿੰਦਾ ਹੈ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਉਹਦੇ ਸਿਰ ਦੇ ਵਿੱਚ ਵੱਜਦੀ ਸੀ, ਉਹਨੂੰ ਆਰਾਮ ਆਉਂਦਾ ਸੀ। ਤਕਰੀਬਨ 22 ਦਿਨ ਭਾਈ ਤਾਰੂ ਸਿੰਘ ਜੀ ਐਦਾਂ ਹੀ ਰਹੇ, ਉਸੇ ਅਵਸਥਾ ਦੇ ਵਿੱਚ 22 ਦਿਨ ਤੱਕ। ਇਹ ਜ਼ਕਰੀਆ ਖਾਨ ਜਿੰਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੇ ਲਈ ਇਹ ਇੰਨਾ ਜ਼ੁਲਮੀ ਸੀ, ਇਹ ਪਿੰਡਾਂ ਤੋਂ ਛੋਟੇ ਛੋਟੇ 5-5 7 ਸਾਲ ਦੇ ਬੱਚਿਆਂ ਨੂੰ ਚੁੱਕ ਲੈਂਦਾ ਸੀ, ਤੇ ਉਹਨਾਂ ਦੇ ਸਿਰ ਦੇ ਵਿੱਚ ਕਿੱਲਾਂ ਜਾਂ ਲੱਕੜ ਠੋਕ ਠੋਕ ਕੇ ਉਹਨਾਂ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕਰਦਾ ਸੀ। ਇੰਨਾ ਜ਼ੁਲਮੀ ਬੰਦਾ ਸੀ ਇਹ। ਲੇਕਿਨ ਇਹਦੇ ਜ਼ੁਲਮਾਂ ਦੀ ਇੰਤਹਾ ਤਾਂ ਹੋਈ ਹੈ ਜਦੋਂ ਜੁੱਤੀ ਲੱਗ ਕੇ ਭਾਈ ਤਾਰੂ ਸਿੰਘ ਜੀ ਇਹ ਖਤਮ ਹੋਇਆ, ਇਹਦਾ ਸਰੀਰ ਖਤਮ ਹੋ ਗਿਆ। ਫਿਰ ਅੱਗੇ ਭਾਈ ਤਾਰੂ ਸਿੰਘ ਜੀ ਨੇ, ਜਿਵੇਂ ਅਸੀਂ ਅਰਦਾਸ ਦੇ ਵਿੱਚ ਕਹਿੰਦੇ ਹਾਂ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਜਦੋਂ ਅਰਦਾਸ ਦੇ ਵਿੱਚ ਇਹ ਪੰਕਤੀ ਪੜ੍ਹਦੇ ਹਾਂ ਤਾਂ ਸਾਡੇ ਧਿਆਨ ਦੇ ਵਿੱਚ ਉਹੀ ਭਾਈ ਤਾਰੂ ਸਿੰਘ ਜੀ ਦਾ ਹੱਸਦਾ ਚਿਹਰਾ ਸਾਡੀਆਂ ਅੱਖਾਂ ਦੇ ਸਾਹਮਣੇ ਹੁੰਦਾ ਹੈ। ਸੋ ਗੁਰੂ ਸਾਹਿਬ ਰਹਿਮਤ ਕਰਨ, ਸਮਾਂ ਅੱਗੇ ਇਜਾਜ਼ਤ ਨਹੀਂ ਦਿੰਦਾ। ਜਿਹਵਾ ਏਕ ਕਵਨ ਗੁਣ ਕਹੀਏ, ਵਿਚਾਰਾਂ ਤਾਂ ਆਪਾਂ 2 ਘੰਟੇ 4 ਘੰਟੇ ਵੀ ਕਰਦੇ ਰਹੀਏ, ਗੁਰੂ ਦਾ ਇਤਿਹਾਸ ਮੁੱਕਣਾ ਨਹੀਂ। ਆਪਾਂ ਮੁੱਕ ਜਾਵਾਂਗੇ, ਗੁਰੂ ਦੀਆਂ ਗੱਲਾਂ ਨਹੀਂ ਮੁੱਕਣਗੀਆਂ। ਸੋ ਗੁਰੂ ਸਾਹਿਬ ਦੇ ਬੋਲ, ਜਿਹਵਾ ਏਕ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿ ਨਹੀਂ ਲਈਏ। ਗੁਰੂ ਸਾਹਿਬ ਰਹਿਮਤ ਕਰਨ। ਅੱਜ ਸਾਵਣ ਦੇ ਮਹੀਨੇ ਦੀ ਵੀ ਆਰੰਭਤਾ ਹੈ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਓ ਪਿਆਰ। ਸੋ ਗੁਰੂ ਸਾਹਿਬ ਆਉਣ ਵਾਲਾ ਮਹੀਨਾ ਵੀ ਸਾਡੇ ਲਈ ਗੁਰੂ ਦੇ ਭਾਣੇ ਵਿੱਚ ਸੁੱਖਾਂ ਨਾਲ ਬਤੀਤ ਹੋਵੇ। ਸਾਰੀਆਂ ਸੰਗਤਾਂ ਨੂੰ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਗੁਰੂ ਸਾਹਿਬ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਪਾਏ ਪੂਰਨੇ ਅਤੇ ਚਰਨ ਦਾ ਉਦਮ ਬਲ ਬਖਸ਼ਣ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਪਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।